ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਮੈਥ ਦਾ ਇੱਕ ਬੜਾ ਇੰਪੋਰਟੈਂਟ ਚੈਪਟਰ ਕਰਨ ਜਾ ਰਹੇ ਹਾਂ ਜੀ, ਜਿਸ ਚੈਪਟਰ ਦਾ ਨਾਮ ਆ ਤ੍ਰਿਕੋਣਮਿਤੀ। ਦੋ ਭਾਗਾਂ 'ਚ ਅਸੀਂ ਇਸ ਚੈਪਟਰ ਨੂੰ ਪੂਰਾ ਕਰਾਂਗੇ ਐਂਡ ਇਹ ਚੈਪਟਰ ਪ੍ਰਿੰਸੀਪਲ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ ਬੁਰਜ ਢਿਲਵਾਂ ਮਾਨਸਾ ਦੇ ਉਪਰਾਲੇ ਨਾਲ ਕੀਤਾ ਜਾ ਰਿਹਾ ਹੈ ਜੀ। ਐਂਡ ਇਸ ਵੀਡੀਓ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਬੱਚਿਆਂ ਨੇ 10ਵੀਂ ਕੀਤੀ ਹੋਈ ਆ ਜਾਂ ਉਹ ਆਪਣੀ ST SC ਦੀ ਜਾਂ ਹੋਰ ਅੱਗੇ ਵਧੀਆ ਪੱਧਰ ਦੀ ਤਿਆਰੀ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕਿਵੇਂ ਇਹ ਟੈਸਟ ਜਿਹੜੇ ਆ ਜੀ ਉਹ ਕਲੀਅਰ ਕਰਨ 'ਚ ਕਿਵੇਂ ਤੁਹਾਡੇ ਕਨਸੈਪਟ ਕਲੀਅਰ ਹੋਣੇ ਚਾਹੀਦੇ ਆ ਜੀ, ਉਹਦੇ ਵਾਸਤੇ ਕੀਤਾ ਗਿਆ ਸਾਡਾ ਉਪਰਾਲਾ ਹੈ। ਇਹਦੇ 'ਚ ਅਸੀਂ ਅੱਜ 10ਵੀਂ ਕਲਾਸ ਦਾ ਤ੍ਰਿਕੋਣਮਿਤੀ ਨਾਲ ਜਾਣ ਪਛਾਣ ਵਾਲਾ ਜਿਹੜਾ ਅਭਿਆਸ ਆ ਜੀ 8ਵਾਂ ਅਧਿਆਇ ਆ ਜੀ, ਇਹ ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਿਨਾਂ ਟਾਈਮ ਖਰਾਬ ਕਰੇ ਅਸੀਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਠੀਕ ਹੈ ਜੀ, ਤ੍ਰਿਕੋਣਮਿਤੀ। ਲਓ ਜੀ ਸਟਾਰਟ ਕਰਦੇ ਹਾਂ ਜੀ ਅਸੀਂ ਅੱਜ ਦਾ ਟੌਪਿਕ। ਸੋ ਦੇਖੋ ਜੀ, ਅੱਜ ਦੇ ਟੌਪਿਕ ਨੂੰ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਣਾ ਸਾਨੂੰ ਜੀ। ਜਿਵੇਂ ਉਦਾਹਰਨ ਦੇ ਤੌਰ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਡੇ ਵਾਸਤੇ ਬੇਹੱਦ ਜ਼ਰੂਰੀ ਹੈ ਜੀ, ਉਹ ਇਹ ਆ ਕਿ ਜਦੋਂ ਵੀ ਕਦੇ ਵੀ ਕਿਸੇ ਵੀ ਪ੍ਰਕਾਰ ਨਾਲ ਇਸ ਤਰੀਕੇ ਦੇ ਤ੍ਰਿਕੋਣਮਿਤੀ ਦੀ ਗੱਲ ਕਰਨੀ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਤ੍ਰਿਕੋਣਮਿਤੀ ਕੰਮ ਕਿਵੇਂ ਆਊਗੀ, ਕੰਮ ਕਰੂਗੀ ਕਿਵੇਂ। ਦੇਖੋ, ਤ੍ਰਿਕੋਣਮਿਤੀ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਇੱਕ ਗੱਲ ਦੀ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਸਾਨੂੰ ਜਿਹੜਾ ਤ੍ਰਿਕੋਣ ਇਹਦੇ 'ਚ ਬਣਾਉਣਾ ਪਊਗਾ, ਠੀਕ ਆ ਜੀ, ਉਹ ਤ੍ਰਿਕੋਣ ਸਮਲੰਬੀ ਤ੍ਰਿਕੋਣ ਹੋਣਾ ਚਾਹੀਦਾ। ਮਤਲਬ ਉਹਦੇ 'ਚ ਆ ਜਿਹੜਾ ਐਂਗਲ ਆ ਜੀ, ਜਿਹੜਾ ਕੋਣ ਆ ਜੀ, ਇੱਕ ਕੋਣ ਦਾ 90 ਡਿਗਰੀ ਹੋਣਾ ਬਹੁਤ ਜ਼ਰੂਰੀ ਹੈ ਜੀ। ਦੇਖੋ ਜੀ, ਆਹ ਗੱਲ ਸਭ ਤੋਂ ਜ਼ਰੂਰੀ ਹੈ ਜੀ। ਜੋ ਮੈਂ ਇੱਥੇ ਪੜ੍ਹਾ ਰਿਹਾ ਜੀ, ਉਹ ਚੀਜ਼ਾਂ ਨਾਲ ਲਿਖਦੇ ਜਾਓਗੇ ਤਾਂ ਤੁਹਾਡੇ ਵਾਸਤੇ ਬਹੁਤ ਫਾਇਦਾ ਹੋਊਗਾ। ਸੋ ਮੇਰੀ ਇੱਕ ਬੇਨਤੀ ਹੀ ਹੈ, ਬਸ ਇਹਨੂੰ ਬੇਨਤੀ ਹੀ ਸਮਝਿਓ ਕਿ ਤੁਸੀਂ ਇਸ ਚੀਜ਼ ਨੂੰ ਨਾਲ ਦੀ ਨਾਲ ਲਿਖਦੇ ਜਾਓ ਤਾਂ ਜੋ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ, ਵਧੀਆ ਉਪਰਾਲੇ ਨਾਲ ਸਵਾਲ ਕਰੀਏ। ਕਹਿੰਦੇ ਜੀ, ਸਾਨੂੰ ਇੱਕ ਗੱਲ ਪਤਾ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਤ੍ਰਿਕੋਣ ਹੋਵੇ, ਜੋ ਅਸੀਂ ਅੱਜ ਕਰ ਰਹੇ ਹਾਂ ਜੀ ਤ੍ਰਿਕੋਣਮਿਤੀ, ਇਹਦਾ ਨਾਮ ਆ, ਇਹਨੂੰ ਟ੍ਰਿਗਨੋਮੈਟਰੀ ਕਿਹਾ ਜਾਂਦਾ ਜੀ ਅੰਗਰੇਜ਼ੀ 'ਚ। ਤਾਂ ਦੇਖੋ ਜੀ, ਤ੍ਰਿਕੋਣਮਿਤੀ ਕਰਦੇ ਹੋਏ ਇਹ ਗੱਲ ਬੜੀ ਸਪਸ਼ਟ ਆ ਕਿ ਇੱਕ ਕੋਣ ਜਿਹੜਾ ਹੈ ਨਾ ਜੀ, ਉਹ 90 ਡਿਗਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਦੂਜੇ ਜਿਹੜਾ ਕੋਣ ਆ ਜੀ, ਇਹ ਕੁਝ ਵੀ ਹੋ ਸਕਦਾ ਹੈ। ਤੁਹਾਨੂੰ ਇੱਕ ਗੱਲ ਪਤਾ ਹੈ, ਉਦਾਹਰਨ ਦੇ ਤੌਰ ਤੇ ਮੰਨ ਲਓ ਇਹ ਕੋਣ X ਆ, ਇਹ Y ਆ, ਤੇ ਤੀਜੇ ਦਾ 90 ਹੋਣਾ ਜ਼ਰੂਰੀ ਸੀਗਾ। ਤਾਂ ਤੁਹਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ X ਜਮਾ Y ਜਮਾ 90 ਬਰਾਬਰ ਹੈ 180। ਠੀਕ ਹੈ, ਇਹਦਾ ਮਤਲਬ X ਜਮਾ Y ਕਿੰਨਾ ਹੋ ਗਿਆ ਜੀ, 90। ਇਹਦਾ ਮਤਲਬ ਇਹ ਹੋ ਗਿਆ ਕਿ ਤ੍ਰਿਕੋਣਮਿਤੀ ਕਰਦੇ ਹੋਏ ਇਹ ਗੱਲ ਸਪਸ਼ਟ ਆ ਕਿ ਆਹ ਜਿਹੜੇ ਦੋ ਕੋਣ ਆ ਸਾਡੇ ਕੋਲ, ਇਹਨਾਂ ਦਾ ਜੋੜ 90 ਹੀ ਹੋਊਗਾ। ਮਤਲਬ ਕਿ ਇਹਨਾਂ ਚੋਂ ਜੇ ਇੱਕ ਕੋਣ 60 ਡਿਗਰੀ ਦਾ ਹੈ ਤਾਂ ਦੂਜਾ 30 ਦਾ ਹੋਊਗਾ, ਇੱਕ ਜੇ 40 ਡਿਗਰੀ ਦਾ ਦੂਜਾ 50 ਦਾ ਹੋਊਗਾ, ਜੇ ਇੱਕ 45 ਡਿਗਰੀ ਦਾ ਤਾਂ ਦੂਜਾ 45 ਦਾ ਹੋਊਗਾ। ਠੀਕ ਹੈ ਜੀ, ਇੱਕ ਜੇ 20 ਡਿਗਰੀ ਦਾ ਹੈ ਤਾਂ ਦੂਜਾ ਕੋਣ 70 ਡਿਗਰੀ ਦਾ ਹੋਊਗਾ, ਇੱਕ 10 ਡਿਗਰੀ ਦਾ ਤੇ ਦੂਜਾ 80 ਡਿਗਰੀ ਦਾ ਹੋਊਗਾ। ਕੁੱਲ ਮਿਲਾ ਕੇ ਇੱਕ ਦੋ ਕੋਣਾਂ ਦਾ ਜੋੜ ਜਿਹੜਾ ਹੈ ਜੀ, ਉਹ 90 ਡਿਗਰੀ ਹੋਣਾ ਚਾਹੀਦਾ ਹੈ। ਜਿਹੜੇ ਦੋ ਕੋਣਾਂ ਦਾ ਜੋੜ 90 ਡਿਗਰੀ ਹੁੰਦਾ ਹੈ, ਉਹਨਾਂ ਦੋਵਾਂ ਕੋਣਾਂ ਨੂੰ ਕਿਹਾ ਜਾਂਦਾ ਹੈ ਕੰਪਲੀਮੈਂਟਰੀ ਐਂਗਲ। ਕਿਹੜੇ ਜੀ, ਕੰਪਲੀਮੈਂਟਰੀ ਕੋਣ ਕਿਹਾ ਜਾਂਦਾ ਹੈ। ਕੰਪਲੀਮੈਂਟਰੀ, ਇਹਨੂੰ ਅੰਗਰੇਜ਼ੀ 'ਚ ਯਾਦ ਕਰ ਸਕਦੇ ਹੋ ਤੁਸੀਂ। ਕੰਪਲੀਮੈਂਟਰੀ ਕੋਣ ਉਹ ਕੋਣ ਹੁੰਦੇ ਹਨ ਜਿਨ੍ਹਾਂ ਦਾ ਜੋੜ ਕੁੱਲ ਮਿਲਾ ਕੇ 90 ਡਿਗਰੀ ਨਿਕਲ ਕੇ ਆਉਂਦਾ ਹੈ। ਜਿਨ੍ਹਾਂ ਦਾ ਜੋੜ ਕੁੱਲ ਮਿਲਾ ਕੇ 90 ਡਿਗਰੀ ਨਿਕਲ ਕੇ ਆਊਗਾ, ਉਹਨਾਂ ਕੋਣਾਂ ਨੂੰ ਕੰਪਲੀਮੈਂਟਰੀ ਐਂਗਲ ਕਿਹਾ ਜਾਂਦਾ ਹੈ। ਠੀਕ ਹੈ ਜੀ, ਜਿਹੜੇ ਦੋ ਕੋਣਾਂ ਦਾ ਜੋੜ 180 ਡਿਗਰੀ ਨਿਕਲ ਕੇ ਆਉਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਸਪਲੀਮੈਂਟਰੀ। ਆਹ ਯਾਦ ਰੱਖ ਸਕਦੇ ਹੋ ਤੁਸੀਂ, ਉਹਨਾਂ ਨੂੰ ਕਿਹਾ ਜਾਂਦਾ ਹੈ ਸਪਲੀਮੈਂਟਰੀ ਕੋਣ। ਜਿਹੜੇ ਦੋ ਕੋਣਾਂ ਦਾ ਜੋੜ ਕੁੱਲ ਮਿਲਾ ਕੇ 90 ਡਿਗਰੀ ਨਿਕਲ ਕੇ ਆਉਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਕੰਪਲੀਮੈਂਟਰੀ। ਜਿਹੜੇ ਦੋ ਕੋਣਾਂ ਦਾ ਜੋੜ 180 ਡਿਗਰੀ ਨਿਕਲ ਕੇ ਆਉਂਦਾ, ਉਹਨਾਂ ਨੂੰ ਕਿਹਾ ਜਾਂਦਾ ਹੈ ਸਪਲੀਮੈਂਟਰੀ। ਇਹਨੂੰ ਕਰਨ ਤੋਂ ਬਾਅਦ, ਥੋੜੀ ਜੀ ਸਮਝ ਬਣਾਉਣ ਤੋਂ ਬਾਅਦ, ਹੁਣ ਸਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਇੱਕ ਸਮਲੰਬੀ ਕੋਣ ਯਾਨੀ ਕਿ ਇੱਕ ਰਾਈਟ ਐਂਗਲ ਟ੍ਰਾਇੰਗਲ, ਇੱਕ ਇਹੋ ਜਿਹਾ ਟ੍ਰਾਇੰਗਲ, ਇਹੋ ਜਿਹਾ ਤ੍ਰਿਕੋਣ ਜਿਹਦਾ ਕਿ ਇੱਕ ਕੋਣ 90 ਡਿਗਰੀ ਹੋਵੇ, ਜਿਹਦਾ ਕਿ ਇੱਕ ਕੋਣ 90 ਡਿਗਰੀ ਹੋਵੇ, ਉਹਦੇ ਵਿੱਚ ਉਹਦੀਆਂ ਤਿੰਨ ਸਾਈਡਾਂ ਤਿੰਨ ਖੁੰਝੇ ਹੋਣਗੇ, ਆ ਤਿੰਨ ਉਹਦੇ ਕੋਨੇ ਹੋਣਗੇ। ਮੰਨ ਲਓ ਕਿ ਉਹਦੇ ਇੱਕ ਕੋਨੇ ਦਾ ਨਾਮ ਆ ਜੀ A, ਦੂਜੇ ਕੋਨੇ ਦਾ ਨਾਮ ਆ ਜੀ B, ਤੇ ਤੀਸਰੇ ਕੋਨੇ ਦਾ ਨਾਮ ਕੀ ਆ ਜੀ C। ਹੁਣ ਇਹ ਕੋਣ ਜਿਹੜਾ ਜੀ, ਉਹ B ਵਾਲੇ ਕੋਨੇ ਤੇ 90 ਡਿਗਰੀ ਦਾ ਬਣਿਆ ਹੈ। ਇਹ ਜਿਹੜਾ ਤ੍ਰਿਕੋਣ ਆ, ਇਹ B ਵਾਲੇ ਕੋਨੇ ਤੇ 90 ਡਿਗਰੀ ਦਾ ਬਣਿਆ ਹੈ। ਇਹ ਤਾਂ ਬੜੀ ਸਿੱਧੀ ਜੀ ਗੱਲ ਆ, ਬਹੁਤ ਸਿੰਪਲ ਜੀ ਗੱਲ ਆ ਕਿ B ਵਾਲੇ ਕੋਨੇ ਤੇ ਇਹ 90 ਡਿਗਰੀ ਦਾ ਬਣਿਆ ਹੈ।
ਹੁਣ ਇੱਕ ਗੱਲ ਦੇਖੋ, ਤੁਸੀਂ ਇਸ ਤ੍ਰਿਕੋਣ ਨੂੰ ਇਸ ਤਰੀਕੇ ਨਾਲ ਸਮਝੋ ਕਿ ਇਸ ਤ੍ਰਿਕੋਣ ਦੇ ਵਿੱਚ ਦੋ ਇਹੋ ਜਿਹੀਆਂ ਭੁਜਾਵਾਂ ਨੇ, ਇੱਕ AB ਭੁਜਾ ਤੇ ਇੱਕ BC ਭੁਜਾ। ਇਹ ਦੋ ਇਹੋ ਜਿਹੀਆਂ ਭੁਜਾਵਾਂ ਨੇ ਜਿਨ੍ਹਾਂ ਦੇ ਵਿੱਚ 90 ਡਿਗਰੀ ਦਾ ਕੋਣ ਬਣ ਰਿਹਾ ਹੈ। ਜਿਹੜੀਆਂ ਦੋ ਭੁਜਾ ਦੇ ਵਿੱਚ 90 ਡਿਗਰੀ ਦਾ ਕੋਣ ਬਣ ਰਿਹਾ ਹੈ, ਉਹਨਾਂ ਚੋਂ ਇੱਕ ਤਾਂ ਹੁੰਦੀ ਹੈ ਜੀ ਆਧਾਰ, ਜਿਹਦੇ ਤੇ ਸਾਰਾ ਕੁਝ ਖੜਿਆ ਹੈ, ਤੇ ਦੂਜੀ ਹੁੰਦੀ ਹੈ ਲੰਬ। ਇਹਨਾਂ ਦੋਵਾਂ ਨੂੰ ਛੱਡ ਕੇ ਤੀਜੀ ਜਿਹੜੀ ਭੁਜਾ ਹੁੰਦੀ ਹੈ ਜੀ, ਉਹਨੂੰ ਕਿਹਾ ਜਾਂਦਾ ਹੈ ਕਰਨ। ਕਰਨ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਹਾਈਪੋਟਨਿਊਜ਼। ਠੀਕ ਹੈ ਜੀ। ਹੁਣ ਇਹ ਯਾਦ ਰੱਖਿਓ, ਹੁਣ ਇਹਨਾਂ ਦੋਵਾਂ ਚੋਂ ਕਿਹੜੀ ਭੁਜਾ ਲੰਬ ਆ ਤੇ ਕਿਹੜੀ ਆਧਾਰ ਆ। ਜਿਹੜਾ ਬੰਦਾ ਕਹੂਗਾ ਤੇ ਮੈਂ ਇਧਰੋਂ ਦੇਖ ਰਿਹਾ, ਉਹਦੇ ਲਈ ਆ ਆਧਾਰ ਆ ਤੇ ਆ ਕੀ ਹੈ ਜੀ, ਉਹਦੇ ਲਈ ਲੰਬ। ਜਿਹੜਾ ਬੰਦਾ ਇਧਰੋਂ ਦੇਖੂਗਾ ਉਹਦੇ ਲਈ ਆ ਆਧਾਰ ਹੋ ਗਈ ਤੇ ਆ ਕੀ ਹੋ ਗਈ ਭਲਾ, ਲੰਬ ਹੋ ਗਈ। ਸੋ ਕਹਿਣ ਦਾ ਮਤਲਬ ਇਹ ਆ ਕਿ ਆਧਾਰ ਤੇ ਲੰਬ ਚੋਂ ਤੁਸੀਂ ਕੁਝ ਵੀ ਤੈਅ ਨਹੀਂ ਕਰ ਸਕਦੇ ਕਿ ਆਧਾਰ ਕਿਹੜਾ ਹੈ ਤੇ ਲੰਬ ਕਿਹੜਾ ਹੈ। ਸੋ ਇਹ ਗੱਲ ਬੜੀ ਸਪਸ਼ਟ ਆ ਕਿ ਜਿਹੜਾ ਲੰਬ ਹੁੰਦਾ ਹੈ ਉਹਨੂੰ ਅੰਗਰੇਜ਼ੀ 'ਚ ਪਰਪੈਂਡੀਕੂਲਰ ਕਹਿੰਦੇ ਆ, ਆਧਾਰ ਨੂੰ ਅੰਗਰੇਜ਼ੀ 'ਚ ਬੇਸ ਕਹਿੰਦੇ ਆ ਜੀ, ਕਰਨ ਨੂੰ ਅੰਗਰੇਜ਼ੀ 'ਚ ਹਾਈਪੋਟਨਿਊਜ਼ ਕਹਿੰਦੇ ਆ। ਤੇ ਪਾਈਥਾਗੋਰਸ ਨਾਮ ਦਾ ਮੈਥਮੈਟੀਸ਼ੀਅਨ ਹੀ ਦੱਸ ਕੇ ਗਿਆ ਸੀਗਾ ਕਿ ਕਰਨ ਦਾ ਸਕੁਅਰ ਬਰਾਬਰ ਹੈ ਲੰਬ ਦਾ ਸਕੁਅਰ ਜਮਾ ਆਧਾਰ ਦਾ ਸਕੁਅਰ। ਕਰਨ ਦਾ ਸਕੁਅਰ ਬਰਾਬਰ ਹੈ ਲੰਬ ਦਾ ਸਕੁਅਰ ਜਮਾ ਆਧਾਰ ਦਾ ਸਕੁਅਰ। ਕੀ ਮਤਲਬ ਇਹਦਾ ਭਲਾ? ਮਤਲਬ ਕਿ ਜੇ ਇੱਕ ਇਸ ਤਰੀਕੇ ਨਾਲ ਸਮਲੰਬੀ ਤ੍ਰਿਕੋਣ ਹੈਗਾ ਹੈ, ਜਿਹਦਾ ਕਿ ਇੱਕ ਕੋਣ ਜਿਹੜਾ ਜੀ 90 ਡਿਗਰੀ ਦਾ ਹੁੰਦਾ ਹੈ, ਰਾਈਟ ਐਂਗਲ ਟ੍ਰਾਇੰਗਲ ਜਿਹਨੂੰ ਆਪਾਂ ਕਹਿੰਦੇ ਆ, ਉਹਦੇ 'ਚ ਮੰਨ ਲਓ ਕਿਸੇ ਨੇ ਤੁਹਾਨੂੰ ਕਹਿਤਾ ਕਿ ਉਹਦੀ ਜਿਹੜਾ ਕਰਨ ਆ ਜੀ ਉਹ 13 ਹੈ ਤੇ ਲੰਬ ਉਹਦਾ 12 ਹੈ। ਦੱਸੋ ਜੀ ਉਹਦਾ ਆਧਾਰ ਕਿੰਨਾ ਹੋਊਗਾ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਧਾਰ ਦਾ ਸਕੁਅਰ ਜਮਾ ਲੰਬ ਦਾ ਸਕੁਅਰ ਬਰਾਬਰ ਹੈ ਕਰਨ ਦਾ ਸਕੁਅਰ। ਆਧਾਰ ਨਹੀਂ ਪਤਾ, ਉਹਨੂੰ b ਮੰਨ ਲਿਆ, ਉਹਦਾ ਸਕੁਅਰ ਜਮਾ p, ਲੰਬ ਦਾ ਸਕੁਅਰ ਜਾਨੀ ਕਿ 12 ਦਾ ਸਕੁਅਰ ਬਰਾਬਰ ਹੈ 13 ਦਾ ਸਕੁਅਰ। ਸੋ b ਦਾ ਸਕੁਅਰ ਆਪਣੇ ਕੋਲ ਆ ਗਿਆ 13 ਦਾ ਸਕੁਅਰ ਮਾਈਨਸ 12 ਦਾ ਸਕੁਅਰ। 13 ਦਾ ਸਕੁਅਰ ਹੁੰਦਾ ਜੀ 169, 12 ਦਾ ਸਕੁਅਰ 144 ਤੇ ਸਾਨੂੰ ਪਤਾ ਲੱਗ ਗਿਆ ਜੀ ਕਿ b ਦਾ ਸਕੁਅਰ ਆ ਗਿਆ ਜੀ, ਇਹ ਆ ਗਿਆ ਜੀ ਤੁਹਾਡੇ ਕੋਲ 25। b ਦਾ ਸਕੁਅਰ ਸਾਡੇ ਕੋਲ ਆ ਗਿਆ ਜੀ 25। ਹੁਣ ਤੁਹਾਨੂੰ ਪਤਾ ਕਿ ਜੇ ਕਿਸੇ ਦਾ ਸਕੁਅਰ 25 ਹੋਵੇ ਤਾਂ ਖੁਦ ਕੀ ਹੋਊਗਾ? ਚਲੋ ਆਪਾਂ ਸਾਈਡ ਤੇ ਦੇਖਦੇ ਹਾਂ। 5 ਦਾ ਸਕੁਅਰ ਕਿੰਨਾ ਹੁੰਦਾ ਜੀ? 25 ਮਾਈਨਸ 5 ਦਾ ਸਕੁਅਰ ਕਿੰਨਾ ਹੁੰਦਾ ਹੈ? ਤੁਹਾਨੂੰ ਪਤਾ ਜਦੋਂ ਕਿਸੇ ਦੇ ਉੱਪਰ 2 4 6 ਹੋਵੇ ਇਹਨੂੰ ਈਵਨ ਨੰਬਰ ਕਹਿੰਦੇ ਆ, ਤਾਂ ਸਕੁਅਰ ਚਾਹੇ ਉਹ ਨੈਗੇਟਿਵ ਨੰਬਰ ਹੀ ਕਿਉਂ ਨਾ ਹੋਵੇ ਉਹਦਾ ਵੀ ਸਕੁਅਰ ਪਲੱਸ 'ਚ ਨਿਕਲ ਕੇ ਆਉਂਦਾ ਹੈ। ਇਹਦਾ ਮਤਲਬ ਜੇ ਕਿਸੇ ਚੀਜ਼ ਦਾ ਸਕੁਅਰ 25 ਆ, ਉਹ ਚੀਜ਼ ਖੁਦ ਜਾਂ ਤਾਂ 5 ਸੀਗੀ ਜਾਂ ਤਾਂ ਉਹ ਚੀਜ਼ 5 ਸੀਗੀ ਤੇ ਜਾਂ -5 ਹੋਊਗੀ। ਆਹੀ ਆਈਡੀਆ ਹੈ ਨਾ ਕਿ ਜਾਂ 5 ਜਾਂ -5। ਪਰ ਤੁਹਾਨੂੰ ਪਤਾ ਹੈ ਕਿ ਇਹ ਇੱਕ ਉਹ ਆ ਭੁਜਾ ਹੈ, ਭੁਜਾ ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ। ਇਸ ਕਰਕੇ ਮਾਈਨਸ ਵਾਲੇ ਨੂੰ ਖਾਰਜ ਕਰਕੇ ਜੇ b ਦਾ ਸਕੁਅਰ 25 ਆ ਤੇ b ਸਿਰਫ ਤੇ ਸਿਰਫ ਕਿੰਨਾ ਹੋਊਗਾ ਆਪਣੇ ਕੋਲ? 5। ਇਹਦਾ ਮਤਲਬ ਆ ਜਿਹੜੀ ਭੁਜਾ ਨਾ ਆਪਣੇ ਕੋਲ ਇਹ ਕਿੰਨੀ ਆ ਗਈ ਜੀ? 5 ਆ ਗਈ। ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ ਕਿ ਜੀ ਜਿਹੜਾ ਰਾਈਟ ਐਂਗਲ ਟ੍ਰਾਇੰਗਲ ਹੁੰਦਾ ਹੈ ਨਾ ਜੀ, ਸਮਲੰਬੀ ਤ੍ਰਿਕੋਣ ਹੁੰਦਾ ਹੈ ਜੀ, ਇਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਤੇ ਸਾਫ਼ ਆ ਜੀ। ਤਾਂ ਜੀ ਇਹ ਹੋ ਗਈ ਆਪਣੀ ਗੱਲ ਕਲੀਅਰ। ਹੁਣ ਚੱਲਦੇ ਹਾਂ ਆਪਾਂ ਅੱਗੇ। ਦੇਖੋ ਜੀ ਅੱਗੇ ਆਪਣੇ ਕੋਲ ਕਰਨ ਵਾਸਤੇ ਕੀ ਹੈ ਜੀ। ਸੋ ਇਹ ਤਾਂ ਆਪਣਾ ਕਨਸੈਪਟ ਸੀਗਾ ਜੀ। ਹੁਣ ਜਦੋਂ ਅਸੀਂ ਇੱਕ ਸਮਲੰਬੀ ਤ੍ਰਿਕੋਣ ਬਣਾ ਲਿਆ ਤਾਂ ਸਾਨੂੰ ਪਤਾ ਹੈ ਜੀ ਕਿ ਆਹ ਦੇਖੋ ਆ ਬਣ ਗਿਆ ਜੀ ਆਪਣੇ ਕੋਲ। ਠੀਕ ਹੈ ਜੀ। ਹੁਣ ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹਦੇ 'ਚ ਆ ਤਾਂ ਹੋ, ਮੰਨ ਕੇ ਚੱਲੋ ਕਿਸੇ ਨੂੰ ਥੱਲਿਓਂ ਦੇਖ ਰਹੇ ਹਾਂ, ਤਾਂ ਆ ਹੋ ਗਿਆ ਜੀ ਇਹਦਾ ਲੰਬ, ਆ ਹੋ ਗਿਆ ਜੀ ਇਹਦਾ ਕਰਨ ਤੇ ਆ ਹੋ ਗਿਆ ਇਹਦਾ ਆਧਾਰ। ਇਹਦਾ ਨਾਮ ਰੱਖਿਆ ਜੀ, ਇਸ ਕੋਨੇ ਦਾ ਨਾਮ ਹੋ ਗਿਆ ਜੀ A, ਇਸ ਕੋਨੇ ਦਾ ਨਾਮ B ਹੈ ਜੀ ਤੇ ਇਸ ਕੋਨੇ ਦਾ ਨਾਮ ਕੀ ਹੈ ਜੀ? C ਆ। ਸੋ ਜਿਹੜਾ ਸਾਡਾ ਕਰਨ ਆ ਉਹ ਤਾਂ ਹੈਗਾ ਜੀ AC, ਜਿਹੜਾ ਸਾਡਾ ਲੰਬ ਆ ਜੀ ਉਹ ਤਾਂ ਹੈਗਾ ਜੀ BC ਤੇ ਜਿਹੜਾ ਸਾਡਾ ਆਧਾਰ ਆ ਉਹ ਹੈਗਾ AB, ਕਿਉਂਕਿ A ਤੋਂ ਲੈ ਕੇ B ਤੱਕ ਉਹਨੂੰ ਮੈਂ AB ਨਾਮ ਦਿੱਤਾ। ਠੀਕ ਹੈ ਜੀ। ਹੁਣ ਤੁਸੀਂ ਇੱਕ ਗੱਲ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਮੈਂ ਵਾਰ-ਵਾਰ ਇੱਕ ਗੱਲ ਕਹਿ ਰਿਹਾ ਕਿ ਤੁਸੀਂ ਦੇਖਣਾ ਕਿੱਥੇ ਖੜ ਕੇ ਆ, ਇੱਥੋਂ ਤੈਅ ਹੁੰਦਾ ਕਿ ਆਧਾਰ ਕੀ ਆ। ਤੁਸੀਂ ਇਸ ਚੀਜ਼ ਨੂੰ ਆਧਾਰ ਕਿਉਂ ਮੰਨਿਆ? ਕਿਉਂਕਿ ਤੁਸੀਂ ਮੰਨ ਕੇ ਚੱਲਿਓ ਕਿ ਤੁਹਾਡਾ ਐਂਗਲ ਇੱਥੇ ਬਣਿਆ ਹੋਇਆ ਹੈ, ਤੁਸੀਂ ਐਂਗਲ ਨੂੰ ਲੈ ਕੇ ਚੱਲੇ ਥੀਟਾ। ਕੀ ਐਂਗਲ ਕਿਹੜਾ ਲੈ ਕੇ ਚੱਲਿਓ ਜੀ ਤੁਸੀਂ? ਥੀਟਾ ਐਂਗਲ। ਠੀਕ ਆ ਜੀ।
ਜਾਂ ਤੁਸੀਂ ਇਹ ਕਹਿ ਲਓ ਕਿ ਇਸ ਐਂਗਲ ਦਾ ਨਾਮ ਤੁਸੀਂ A ਰੱਖਿਆ ਕਿਉਂਕਿ ਇਹ A ਵਾਲੇ ਖੁੰਝੇ ਤੇ ਆ। ਇਸ ਐਂਗਲ ਦਾ ਨਾਮ ਤੁਸੀਂ ਰੱਖਿਆ ਜੀ C ਕਿਉਂਕਿ ਇਹ C ਵਾਲੇ ਖੁੰਝੇ ਤੇ ਆ। ਇਸ ਐਂਗਲ ਦਾ ਨਾਮ ਰੱਖਿਆ ਤੁਸੀਂ B ਕਿਉਂਕਿ ਇਹ B ਵਾਲੇ ਖੁੰਝੇ ਤੇ ਆ। ਉਸ ਤੇ ਇਹ ਹੈ ਹੀ 90 ਡਿਗਰੀ ਦਾ ਹੈ। ਰੌਲਾ ਇਕੱਲੇ A ਤੇ C ਦਾ ਹੈ। ਹੁਣ ਜੇ ਤਾਂ ਤੁਸੀਂ ਇਸ ਐਂਗਲ ਤੇ ਖੜ ਕੇ ਦੇਖੋ ਤਾਂ ਇਹਦੇ ਸਾਹਮਣੇ ਆਹ ਲੰਬ ਹੋ ਜਾਂਦਾ ਤੇ ਆਹ ਹੋ ਜਾਂਦਾ ਇਹਦਾ ਆਧਾਰ। ਪਰ ਜੇ ਤੁਸੀਂ A ਤੋਂ ਖੜ ਕੇ ਦੇਖੋ, A ਜਿਹਦੇ ਤੇ ਪਿਆ ਹੈ ਉਹ ਆਧਾਰ ਆ ਤੇ ਸਾਹਮਣੇ ਵਾਲਾ ਲੰਬ ਆ। ਟੇਢੀ ਸਾਈਡ ਨੇ ਹਮੇਸ਼ਾ ਹੀ ਕਰਨ ਰਹਿਣਾ ਹੈ ਤੇ ਸਭ ਤੋਂ ਵੱਡੀ ਸਾਈਡ ਰਹਿਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਿਓ ਤੇ ਆਹ ਗੱਲ ਉੱਪਰ ਕਦੀ ਨਾ ਭੁੱਲਿਓ ਕਿ ਜੀ ਕਰਨ ਦਾ ਸਕੁਅਰ ਇਜ਼ ਇਕੁਅਲ ਟੂ ਲੰਬ ਦਾ ਸਕੁਅਰ ਜਮਾ ਆਧਾਰ ਦਾ ਸਕੁਅਰ। ਹੁਣ ਮੈਂ ਇੱਥੋਂ ਤੁਹਾਨੂੰ ਕੁਝ ਐਂਗਲ ਕੱਢ ਕੇ ਦੇਣੇ ਆ। ਸਭ ਤੋਂ ਪਹਿਲਾਂ ਮੈਂ ਤ੍ਰਿਕੋਣਮਿਤੀ 'ਚ ਤੁਹਾਨੂੰ ਦੱਸੂਗਾ ਸਾਈਨ ਦੀ ਵੈਲਿਊ ਕਿ ਵਟ ਇਜ਼ ਸਾਈਨ A। ਸਾਈਨ ਹੁੰਦਾ ਕੀ ਆ? ਕਦੀ ਵੀ ਕਿਸੇ ਐਂਗਲ ਦਾ ਸਾਈਨ ਕੱਢਣਾ ਹੋਵੇ, ਟ੍ਰਿਗਨੋਮੈਟਰੀ ਦੇ ਵਿੱਚ ਸਾਈਨ ਕੱਢਣਾ ਹੋਵੇ ਤਾਂ ਸਾਈਨ ਆਫ ਦੀ ਐਂਗਲ A ਇਜ਼ ਆਲਵੇਜ਼, ਮਤਲਬ ਐਂਗਲ A ਦਾ ਸਾਈਨ ਕੱਢਣਾ ਹੋਵੇ ਇਹ ਹਮੇਸ਼ਾ ਬਰਾਬਰ ਹੁੰਦਾ ਹੈ ਲੰਬ ਬਟੇ ਕਰਨ, ਮਤਲਬ ਕਿ P ਬਟੇ H। ਤੇ P ਬਟੇ H ਦਾ ਮਤਲਬ ਹੋ ਗਿਆ ਇਹ ਆਪਣੇ ਕੋਲ ਆ ਗਿਆ ਜੀ BC ਬਟੇ AC। ਸੇਮ ਇਸੇ ਤਰੀਕੇ ਨਾਲ cos ਕੱਢਣਾ ਹੋਵੇ ਉਹ ਹੁੰਦਾ ਹੈ ਜੀ ਆਧਾਰ ਬਟੇ ਕਰਨ, ਮਤਲਬ ਕਿ AB ਬਟੇ AC। ਇਸੇ ਤਰੀਕੇ ਨਾਲ ਟੈਂਜੈਂਟ ਆਫ ਦੀ ਐਂਗਲ A ਇਹ ਹੁੰਦਾ ਜੀ ਲੰਬ ਬਟੇ ਆਧਾਰ BC ਬਟੇ AB। ਉਸ ਤੋਂ ਬਾਅਦ ਸਾਈਨ ਦਾ ਉਲਟ ਹੁੰਦਾ ਹੈ ਜੀ ਸਾਈਨ ਦਾ ਕੋਸੀਕੈਂਟ A। ਕੋਸੀਕੈਂਟ ਉਹ ਹੁੰਦਾ ਹੈ ਜੀ ਇਹਦੇ ਬਟੇ ਲੰਬ ਬਟੇ ਕਰਨ, ਇਹ ਹੁੰਦਾ ਜੀ ਕਰਨ ਬਟੇ ਲੰਬ, ਮਤਲਬ ਕਿ AC ਬਟੇ BC। ਹੁਣ ਆਹ ਦੇਖੋ ਜੀ cos ਦਾ ਉਲਟ ਹੁੰਦਾ ਹੈ ਜੀ ਸੀਕੈਂਟ। ਸੀਕੈਂਟ A ਹੁੰਦਾ ਹੈ ਜੀ ਉਹ ਹੁੰਦਾ ਨਾ ਆਧਾਰ ਬਟੇ ਕਰਨ, ਇਹ ਹੁੰਦਾ ਜੀ ਕਰਨ ਬਟੇ ਆਧਾਰ। ਇਹ ਆਪਣੇ ਕੋਲ ਆਊਗਾ ਜੀ AC ਬਟੇ AB। ਉਸ ਤੋਂ ਬਾਅਦ tan ਦਾ ਉਲਟ ਹੁੰਦਾ ਜੀ ਕੋਟੈਂਜੈਂਟ COT cot, ਉਹ P ਬਟੇ B ਹੁੰਦਾ ਹੈ। ਇਹ ਹੁੰਦਾ ਜੀ ਆਧਾਰ ਬਟੇ ਲੰਬ, ਮਤਲਬ ਕਿ BC ਬਟੇ AB। ਬਸ ਸਾਨੂੰ ਆ ਸਾਰੇ ਯਾਦ ਹੋਣੇ ਚਾਹੀਦੇ ਆ ਜੀ। ਇਹ ਲਿਖ ਵੀ ਸਕਦੇ ਹੋ ਤੁਸੀਂ, ਤੁਹਾਡੀਆਂ ਕਿਤਾਬਾਂ 'ਚ ਲਿਖੇ ਵੀ ਹੋਏ ਆ ਇਹ, ਪਰ ਮੈਂ ਤੁਹਾਨੂੰ ਇੱਕ ਵਾਰ-ਵਾਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਅਸੀਂ ਇਹਨੂੰ ਲਿਖਣਾ ਚਾਹੁੰਦੇ ਆ ਨਾ ਤਾਂ ਸਾਡੇ ਕੋਲ ਇੱਕ ਤਰੀਕਾ ਹੋਰ ਵੀ ਹੈ ਜਿਹਨੂੰ ਯਾਦ ਕਰਨ ਦਾ, ਜਿਹੜਾ ਕਿ ਅਕਸਰ ਕਈ ਵਾਰੀ ਸਕੂਲਾਂ 'ਚ ਸਿਖਾਇਆ ਵੀ ਜਾਂਦਾ ਜੀ। ਮੰਨ ਲਓ ਆਹ ਤੁਹਾਡਾ ਕੋਈ, ਠੀਕ ਹੈ ਜੀ, ਆਹ ਤੁਹਾਡੇ ਕੋਲ ਕੋਈ ਤ੍ਰਿਕੋਣ ਆ, ਠੀਕ ਆ। ਮੰਨ ਲਓ ਆਹ ਐਂਗਲ ਹੋ ਗਿਆ ਜੀ A, ਆਹ ਐਂਗਲ ਹੋ ਗਿਆ ਜੀ B, ਆ ਰਿਹਾ C, ਇਹਦਾ ਮਤਲਬ ਆਹ A ਹੋ ਗਿਆ। A ਦੇ ਹਿਸਾਬ ਨਾਲ ਕੱਢੀਏ ਆਪਾਂ ਤਾਂ ਯਾਦ ਰੱਖਿਓ ਜੀ ਪੰਡਤ ਬਦਰੀ ਪ੍ਰਸਾਦ ਹਰ ਬੋਲੇ ਸੋਨਾ ਚਾਂਦੀ ਦਾ ਮਤਲਬ cos tan ਤੋਲੇ। ਬਸ sin P/H cos B/H ਤੇ tan P/B। ਤੇ ਸਾਈਨ ਦਾ ਉਲਟ ਕੀ ਹੁੰਦਾ ਭਲਾ? ਕੋਸੀਕੈਂਟ। ਉਹ ਕੀ ਹੋਊਗਾ ਭਲਾ? H ਬਟੇ P। cos ਦਾ ਉਲਟ ਕੀ ਹੁੰਦਾ ਜੀ ਭਲਾ? ਸੀਕੈਂਟ। ਉਹ ਕੀ ਹੋਊਗਾ? ਹਾਈਪੋਟਨਿਊਸ ਬਟੇ ਬੇਸ, ਮਤਲਬ ਕਿ ਕਰਨ ਬਟੇ ਆਧਾਰ। tan ਦਾ ਉਲਟ ਕੀ ਹੁੰਦਾ ਜੀ ਭਲਾ? cot। ਉਹ ਕੀ ਹੋਊਗਾ ਭਲਾ? B ਬਟੇ P। ਤੇ ਇੱਕ ਗੱਲ ਤਾਂ ਕਦੀ ਨਾ ਭੁੱਲਿਓ ਕਿ ਜੀ ਲੰਬ ਦਾ ਸਕੁਅਰ ਜਮਾ ਇੱਕ ਚੀਜ਼ ਤਾਂ ਕਦੀ ਵੀ ਨਾ ਭੁੱਲਿਓ ਕਿ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜੀ, ਜਿਹੜੀ ਯਾਦ ਰੱਖਣ ਵਾਲੀ ਹੈ ਤੇ ਬਹੁਤ ਜ਼ਰੂਰੀ ਆ। ਉਹ ਆਪਣੇ ਕੋਲ ਇਹ ਹੈ ਜੀ ਕਿ ਜੀ P ਦਾ ਸਕੁਅਰ ਜਮਾ B ਦਾ ਸਕੁਅਰ ਬਰਾਬਰ ਹੈ H ਦਾ ਸਕੁਅਰ। ਤਾਂ ਪਤਾ ਹੀ ਹੈ ਸਾਰਿਆਂ ਨੂੰ। ਹੁਣ ਮੈਂ ਨਾ ਤੁਹਾਨੂੰ ਇੱਕ ਚੀਜ਼ ਆ, ਦੇਖੋ ਸਾਰਾ ਕੁਝ ਕੱਢ ਲਿਆ ਤੁਸੀਂ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਸਾਬਤ ਕਰਨੀ ਚਾਹੁੰਦਾ। ਕਹਿੰਦੇ ਜੀ ਅਕਸਰ ਸੁਣਿਆ ਹੋਣਾ ਤੁਸੀਂ ਕਿ ਸਾਈਨ ਸਕੁਅਰ A ਜਮਾ cos ਸਕੁਅਰ A ਹਮੇਸ਼ਾ ਇੱਕ ਹੁੰਦਾ ਹੈ। ਪਤਾ ਨਾ ਇਹ ਗੱਲ? ਨਹੀਂ ਪਤਾ ਤਾਂ ਮੈਂ ਦੱਸ ਰਿਹਾ ਹੁਣ, ਕਿਉਂਕਿ ਜੇ ਆਪਾਂ ਅੱਗੇ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਸਾਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਕਿ ਸਾਈਨ ਸਕੁਅਰ A ਜਮਾ cos ਸਕੁਅਰ A ਇੱਕ ਬਰਾਬਰ ਹੁੰਦਾ ਹੈ। ਹੁਣ ਇਹ ਸਾਈਨ ਸਕੁਅਰ A ਤੁਸੀਂ ਕਦੀ ਵੀ 2 ਦਾ ਸਕੁਅਰ ਦੇਖਿਆ ਕਿੰਨਾ ਹੁੰਦਾ ਹੈ ਜੀ? 4। ਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਈਨ ਸਕੁਅਰ A ਦਾ ਮਤਲਬ ਅਸਲ 'ਚ ਪਤਾ ਕੀ ਹੁੰਦਾ ਜੀ? ਇਸ ਇਕੱਲੇ ਸਾਈਨ ਦਾ ਸਕੁਅਰ ਨਹੀਂਗਾ,
ਇਹ ਸਾइन ए ਦਾ ਪੂਰੇ ਦਾ ਸਕੁਅਰ ਹੁੰਦਾ ਹੈ, ਇਹ cos a ਦੇ ਪੂਰੇ ਦਾ ਸਕੁਅਰ ਹੁੰਦਾ ਹੈ ਜੀ। ਆ ਗੱਲ ਸਮਝ ਆ ਗਈ। ਸਾइन a ਦਾ ਪੂਰੇ ਦੇ ਸਕੁਅਰ ਨੂੰ ਹੀ ਸਾइन ਸਕੁਅਰ a ਕਿਹਾ ਜਾਂਦਾ ਹੈ। ਤੇ ਸਾइन a ਦੀ ਵੈਲਿਊ ਹੁੰਦੀ ਕਿੰਨੀ ਹੈ ਜੀ? ਸਾइन ਦੀ ਵੈਲਿਊ ਹੁੰਦੀ ਆ p/h, ਮੰਨ ਕੇ ਚੱਲੋ ਪਰਪੈਂਡੀਕੂਲਰ ਬਟੇ ਹਾਈਪੋਟਨਿਊਜ਼, ਉਹਦਾ ਸਕੁਅਰ ਪਲੱਸ b/h ਦਾ ਇਹਦਾ ਸਕੁਅਰ। ਹੁਣ ਇਹ ਕੀ ਬਣ ਗਿਆ ਭਲਾ? p ਦਾ ਸਕੁਅਰ ਬਟੇ h ਦਾ ਸਕੁਅਰ ਪਲੱਸ b ਦਾ ਸਕੁਅਰ ਬਟੇ h ਦਾ ਸਕੁਅਰ। ਹੁਣ ਥੱਲੇ ਇੱਧਰ ਵੀ h ਸਕੁਅਰ, ਇੱਧਰ ਵੀ। ਐਲਸੀਐਮ ਲਘੁੱਤਮ ਲੈਣ ਲੱਗੇ ਤੁਹਾਨੂੰ ਸਭ ਨੂੰ ਪਤਾ ਹੈ ਗੱਲ ਕਿ ਜੇ ਥੱਲੇ ਵਾਲੀ ਚੀਜ਼ ਦੋਵੇਂ ਪਾਸੇ ਬਰਾਬਰ ਆ ਤੇ ਉਹ ਆ ਜਾਂਦੀ ਆ, ਉੱਪਰਲੇ ਸਿੱਧੇ ਜੁੜ ਜਾਂਦੇ ਆ, p ਸਕੁਅਰ ਜਮਾ b ਸਕੁਅਰ। ਹੁਣ ਤੁਹਾਨੂੰ ਵੀ ਪਤਾ ਹੈ ਕਿ p ਸਕੁਅਰ ਜਮਾ b ਸਕੁਅਰ ਕਿਹਦੇ ਬਰਾਬਰ ਆ ਭਲਾ? h ਸਕੁਅਰ ਦੇ। ਤੇ ਉੱਪਰ ਵੀ h ਸਕੁਅਰ ਆ ਗਿਆ, ਥੱਲੇ ਤਾਂ ਲਿਖੀ h ਸਕੁਅਰ ਸੀ, ਕੱਟ ਕੇ ਕਿੰਨਾ ਆ ਗਿਆ ਜੀ ਆਪਣੇ ਕੋਲ? 1। ਇਹਦਾ ਮਤਲਬ ਸਾइन ਸਕੁਅਰ a ਪਲੱਸ cos ਸਕੁਅਰ a ਕੀ ਪ੍ਰੂਵ ਹੋ ਗਿਆ ਆਪਣੇ ਕੋਲ ਭਲਾ? 1 ਪ੍ਰੂਵ ਹੋ ਗਿਆ। ਇਹਦਾ ਮਤਲਬ ਇਹ ਸੀਗਾ ਕਿ ਸਾਨੂੰ ਇਹ ਵੀ ਗੱਲਾਂ ਸਮਝ ਆ ਗਈਆਂ ਕਿ ਜਦੋਂ ਅਸੀਂ ਟ੍ਰਿਗਨੋਮੈਟਰੀ ਕਰਦੇ ਆ ਨਾ, ਤਾਂ ਜੇ ਅਸੀਂ ਕਿਸੇ ਐਂਗਲ ਦੇ ਸਕੁਅਰ ਸਾइन ਸਕੁਅਰ a ਲੈਂਦੇ ਆ ਤਾਂ cos ਸਕੁਅਰ a ਲਵਾਂਗੇ ਤਾਂ 1 ਆਊਗਾ। ਜੇ ਤੁਸੀਂ a ਦੀ ਜਗ੍ਹਾ ਤੇ ਐਂਗਲ c ਲੈ ਲਿਆ ਤਾਂ ਦੂਜੇ ਪਾਸੇ ਵੀ cos ਸਕੁਅਰ c ਹੀ ਲੈਣਾ ਪਊਗਾ, ਇਹ ਯਾਦ ਰੱਖਿਓ। sin ਸਕੁਅਰ a ਪਲੱਸ cos ਸਕੁਅਰ a ਹਮੇਸ਼ਾ 1 ਹੁੰਦਾ ਹੈ, ਠੀਕ ਹੈ। ਜਾਂ sin ਸਕੁਅਰ c ਪਲੱਸ cos ਸਕੁਅਰ c ਹਮੇਸ਼ਾ 1 ਹੁੰਦਾ ਹੈ। ਇੱਕ ਗੱਲ ਹੋਰ ਯਾਦ ਰੱਖ ਲਿਓ, ਫਿਰ ਹੁਣ ਆ ਆਪਣੇ ਆਪ ਸਾਬਤ ਕਰਿਓ ਘਰੇ ਬੈਠ ਕੇ। secant ਸਕੁਅਰ a ਮਾਈਨਸ tan ਸਕੁਅਰ a ਇਜ਼ ਇਕੁਅਲ ਟੂ 1। ਅਗਲੀ ਚੀਜ਼ ਆ ਵੀ ਆਪੇ ਸਾਬਤ ਕਰਿਓ। cosecant ਸਕੁਅਰ a ਮਾਈਨਸ cot ਸਕੁਅਰ a ਇਜ਼ ਇਕੁਅਲ ਟੂ 1। ਆ ਤਿੰਨ ਚੀਜ਼ਾਂ ਸਾਬਤ ਕਰਨੀਆਂ ਬਹੁਤ ਜ਼ਰੂਰੀ ਆ ਜੀ। ਤਿੰਨੇ ਫਾਰਮੂਲੇ ਯਾਦ ਕਰ ਲਿਓ। sin ਸਕੁਅਰ a ਪਲੱਸ cos ਸਕੁਅਰ a 1, secant ਸਕੁਅਰ a ਮਾਈਨਸ tangent ਸਕੁਅਰ a 1, cosecant ਸਕੁਅਰ a ਮਾਈਨਸ cot ਦਾ ਸਕੁਅਰ a ਬਰਾਬਰ ਹੈ 1। ਤੇ ਆਹ ਗੱਲ ਕਦੀ ਨਾ ਭੁੱਲਿਓ ਕਿ ਕਿਸੇ ਵੀ ਐਂਗਲ ਦੇ ਕਿਸੇ ਵੀ ਜੇ secant ਸਕੁਅਰ a ਕੁਝ ਵੀ ਲਿਖਿਆ ਹੋਇਆ ਹੈ, ਇਹਦਾ ਅਸਲੀ ਮਤਲਬ ਹੁੰਦਾ ਹੈ ਕਿ secant a ਦੇ ਪੂਰੇ ਦਾ ਸਕੁਅਰ। ਬਸ ਆਹ ਯਾਦ ਰੱਖਿਓ। ਜੇ ਤੁਹਾਨੂੰ ਆਹ ਸਾਰੀਆਂ ਗੱਲਾਂ ਯਾਦ ਰਹਿ ਗਈਆਂ ਤਾਂ ਸਮਝ ਲਓ ਕਿ ਤੁਸੀਂ ਇਹ ਸਾਰਾ ਜਿਹੜਾ ਟ੍ਰਿਗਨੋਮੈਟਰੀ ਵਾਲਾ ਚੈਪਟਰ ਆ ਨਾ ਜੀ, ਇਹਨੂੰ ਅਸੀਂ ਬੜੇ ਆਸਾਨੀ ਨਾਲ ਇਸ ਚੈਪਟਰ ਦਾ ਹੱਲ ਕੱਢ ਸਕਦੇ ਹਾਂ ਜੀ। ਸੋ ਇਹ ਸਾਡੇ ਲਈ ਫਿਰ ਕੋਈ ਵੱਡੀ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਜੀ, ਜੇ ਅਸੀਂ ਇੰਨਾ ਸਮਝ ਗਏ ਤਾਂ। ਲਓ ਜੀ, ਜੇ ਸਾਨੂੰ ਆਹ ਗੱਲਾਂ ਸਮਝ ਆ ਗਈਆਂ ਨਾ ਤੇ ਹੁਣ ਅਸੀਂ ਬੜੀ ਆਸਾਨੀ ਨਾਲ ਆਪਣੇ ਸਵਾਲ ਕਰ ਸਕਦੇ ਹਾਂ। ਦੇਖੋ ਜੀ, ਸਾਡੇ ਕੋਲ ਸਭ ਤੋਂ ਪਹਿਲਾ ਸਵਾਲ ਇਹ ਆਇਆ ਜੀ, ਕਹਿੰਦਾ ਜੀ ਜੇਕਰ ABC ਇੱਕ ਸਮਲੰਬੀ ਤ੍ਰਿਕੋਣ ਹੈ ਜਿਸ ਵਿੱਚ ਸਮਲੰਬੀ ਤ੍ਰਿਕੋਣ ਹੈ ਜਿਸ ਦਾ ਸਮਲੰਬ ਕੋਣ B ਤੇ ਬਣਦਾ ਹੈ, ਮਤਲਬ 90 ਡਿਗਰੀ ਦਾ ਜਿਹੜਾ ਕੋਣ ਆ ਕਿਹਦੇ ਤੇ ਬਣ ਰਿਹਾ ਜੀ ਤੁਹਾਡਾ? 90 ਡਿਗਰੀ ਵਾਲਾ ਬਣ ਰਿਹਾ ਹੈ B ਤੇ। ਲਿਖ ਸਕਦੇ ਹੋ ਜੇਕਰ ABC ਇੱਕ ਸਮਲੰਬੀ ਤ੍ਰਿਕੋਣ ਹੈ ਜਿਸ ਵਿੱਚ ਇਹ 90 ਡਿਗਰੀ ਦਾ ਕੋਣ B ਉੱਤੇ ਬਣਿਆ ਹੈ ਅਤੇ AB 24 ਹੈ ਅਤੇ BC 7 ਹੈ, ਤਾਂ ਦੱਸੋ sin A ਕਿੰਨਾ ਹੋਊਗਾ ਤੇ ਦੱਸੋ cos C ਕਿੰਨਾ ਹੋਊਗਾ। ਆਹ ਤੁਹਾਡੇ ਕੋਲ ਸਵਾਲ ਪੁੱਛਿਆ ਹੈ, ਠੀਕ ਹੈ ਜੀ। ਕੁਝ ਨਹੀਂ ਕਰਨਾ, ਇੱਕ 90 ਡਿਗਰੀ ਕੋਣ ਵਾਲਾ ਤ੍ਰਿਕੋਣ ਬਣਾਓ, ਠੀਕ ਹੈ ਜੀ। ਇਹਦੇ ਤੇ ਕਿਸੇ ਵੀ ਇੱਕ ਪਾਸੇ A ਲਿਖੋ ਕਿਉਂਕਿ ਉਹਨਾਂ ਨੇ ਇੱਕ A ਪੁੱਛਿਆ। ਸਮਲੰਬੀ ਕੋਣ ਕਿੱਥੇ ਬਣਿਆ ਜੀ? B ਤੇ। ਆ A ਹੋ ਗਿਆ, ਆ B ਹੋ ਗਿਆ ਜੀ, ਆ C ਹੋ ਗਿਆ। ਹੁਣ ਆਪਾਂ ਨੂੰ ਪਤਾ ਹੈ ਕਿਉਂਕਿ ਇਹ B ਤੇ 90 ਡਿਗਰੀ ਦਾ ਬਣਿਆ ਹੋਇਆ ਸੀ, ਉਹ ਆਪਾਂ ਇੱਥੇ ਲਿਖਤਾ। ਕਹਿੰਦਾ ਜੀ AB 24 ਆ, ਆਹ ਚੱਕੋ ਜੀ AB 24 ਆ, BC 7 ਆ BC 7 ਆ, ਠੀਕ ਆ ਜੀ। AB 24 ਹੈ ਤੇ BC 7 ਹੋ ਗਿਆ ਆਪਣਾ। ਤਾਂ ਦੇਖੋ ਜੀ, ਆਪਾਂ ਨੂੰ ਇੱਕ ਗੱਲ ਪਤਾ ਹੈ ਕਿ AB, ਹੁਣ ਆਪਾਂ ਨੂੰ ਇਹ ਵੀ ਪਤਾ, ਦੇਖੋ ਇੱਥੇ ਜੇ ਤੁਸੀਂ ਦੇਖੋ ਇੱਕ ਹੋਰ ਬਹੁਤ ਇੰਪੋਰਟੈਂਟ ਆ ਕਿ ਮੈਂ ਨਾ ਇੱਕ ਚੀਜ਼ ਦੱਸੀ ਗਿਆ ਸੀ ਕਿ ਆ ਸਮਲੰਬੀ ਨਹੀਂ ਸਮਕੋਣੀ ਤ੍ਰਿਕੋਣ ਹੁੰਦਾ ਹੈ ਜੀ। ਰਾਈਟ ਐਂਗਲ ਟ੍ਰਾਇੰਗਲ ਨੂੰ ਕਹਿੰਦੇ ਆ ਸਮਕੋਣੀ ਤ੍ਰਿਕੋਣ, ਐਂਡ ਉਹਦੇ ਲਈ ਸੌਰੀ ਸਮਲੰਬੀ। ਐਕਚੁਅਲੀ ਮੇਰੇ ਕੋਲ ਪੰਜਾਬੀ ਵਾਲਾ ਨਾਲ ਸੋਰਸ ਨਹੀਂ ਹੈਗਾ ਕੋਈ, ਨਹੀਂ ਤਾਂ ਮੈਂ ਕਨਫਰਮ ਕਰ ਲੈਂਦਾ। ਇਹ ਸਮਕੋਣੀ ਤ੍ਰਿਕੋਣ ਹੁੰਦਾ ਹੈ। ਆ ਸਮਕੋਣ ਆ ਮਤਲਬ 90 ਡਿਗਰੀ ਦਾ ਕੋਣ ਆ ਜਿਹੜਾ, ਠੀਕ ਆ ਜੀ। ਜੇ ਪੰਜਾਬੀ ਨੂੰ ਲੈ ਕੇ ਮਾੜੀ ਜੀ ਗੜਬੜ ਹੋਈ ਤਾਂ ਤੁਸੀਂ ਪਲੀਜ਼ ਸਾਂਭ ਸਕਦੇ ਹੋ। ਇਹ ਸਮਕੋਣੀ ਤ੍ਰਿਕੋਣ ਆ ਐਂਡ ਇਹਦੇ ਵਾਸਤੇ ਮੈਂ ਆਪਣੇ ਟੀਚਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਹੈ ਜੀ। ਸਮਕੋਣੀ ਤ੍ਰਿਕੋਣ, ਤਾਂ ਇਹ ਅਮਨ ਬੁਢਲਾਡਾ ਜੀ BPO, ਉਹਨਾਂ ਵੱਲੋਂ ਸਪੈਸ਼ਲੀ ਇਨਫੋਰਮੇਸ਼ਨ ਆਈ ਸੀਗੀ ਕਿ ਇਹਨੂੰ ਤੁਸੀਂ ਸਮਲੰਬੀ ਤ੍ਰਿਕੋਣ ਨਾ ਬੋਲੋ, ਸਮਕੋਣੀ ਤ੍ਰਿਕੋਣ ਬੋਲੋ। ਤੇ ਖੈਰ, ਆ ਕਰਨ, ਆ ਲੰਬ ਤੇ ਆ ਆਧਾਰ। ਹੁਣ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਜੀ ਕਿ ਕਰਨ ਦਾ ਸਕੁਅਰ ਬਰਾਬਰ ਹੈ, ਕਰਨ ਕੀ ਸੀ ਇੱਥੇ ਪਹਿਲਾਂ A ਸੀ, ਉਹਦਾ ਸਕੁਅਰ ਬਰਾਬਰ ਹੈ AC ਦਾ ਸਕੁਅਰ ਬਰਾਬਰ ਹੈ
AB ਦਾ ਸਕੁਅਰ ਪਲੱਸ BC ਦਾ ਸਕੁਅਰ। AB ਦਾ ਸਕੁਅਰ ਕਿੰਨਾ ਹੋ ਗਿਆ ਜੀ 24 ਦਾ ਸਕੁਅਰ, ਇਹ 7 ਦਾ ਸਕੁਅਰ। 24 ਦਾ ਸਕੁਅਰ ਹੋ ਗਿਆ ਜੀ 576, 7 ਦਾ ਸਕੁਅਰ ਹੋ ਗਿਆ ਜੀ 49, ਇਹ ਆ ਗਿਆ 625। AC ਦਾ ਸਕੁਅਰ 625। ਹੁਣ ਤੁਸੀਂ ਦੱਸੋਗੇ ਕਿਹਦਾ ਸਕੁਅਰ 625 ਹੁੰਦਾ ਹੈ? 1 ਦਾ ਸਕੁਅਰ 1, 2 ਦਾ ਸਕੁਅਰ 4, 3 ਦਾ ਸਕੁਅਰ 9, 4 ਦਾ ਸਕੁਅਰ 16, 5 ਦਾ ਸਕੁਅਰ 25, 6 ਦਾ ਸਕੁਅਰ 36, 7 ਦਾ ਸਕੁਅਰ 49, 8 ਦਾ ਸਕੁਅਰ 64, 9 ਦਾ ਸਕੁਅਰ 81, 10 ਦਾ ਸਕੁਅਰ 100, 11 ਦਾ ਸਕੁਅਰ 121, 12 ਦਾ ਸਕੁਅਰ 144, 13 ਦਾ ਸਕੁਅਰ 169, 14 ਦਾ ਸਕੁਅਰ 184, 15 ਦਾ ਸਕੁਅਰ 14 ਦਾ ਸਕੁਅਰ 196, 15 ਦਾ ਸਕੁਅਰ 225, 16 ਦਾ ਸਕੁਅਰ 256, 17 ਦਾ ਸਕੁਅਰ 299, 18 ਦਾ ਸਕੁਅਰ 324, 19 ਦਾ ਸਕੁਅਰ 361, 20 ਦਾ ਸਕੁਅਰ 400 ਐਂਡ 21 ਦਾ ਸਕੁਅਰ 441, 42 ਦਾ ਸਕੁਅਰ 22 ਦਾ ਸਕੁਅਰ 484, 23 ਦਾ ਸਕੁਅਰ 529, ਠੀਕ ਹੈ ਜੀ। 24 ਦਾ ਸਕੁਅਰ 576 ਤੇ 25 ਦਾ ਸਕੁਅਰ 625। 25 ਤੱਕ ਦੇ ਸਕੁਅਰ ਤਾਂ ਘੱਟੋ ਘੱਟ ਯਾਦ ਕਰ ਸਕਦੇ ਹੋ, ਇਹਦੇ ਲਈ ਤਾਂ ਕਿਸੇ ਬਹੁਤ ਤਗੜੇ ਮੈਥ ਦੀ ਲੋੜ ਨਹੀਂ ਨਾ। ਤਾਂ ਇਹਦਾ ਮਤਲਬ AC ਦਾ ਸਕੁਅਰ ਜੇ 25 ਹੈ ਤਾਂ ਇਹਦਾ ਮਤਲਬ 625 ਹੈ ਤੇ AC 25 ਹੈ ਜੀ। ਆ ਚੱਕੋ ਜੀ AC 25 ਆ ਗਿਆ। ਹੁਣ ਤੁਸੀਂ ਇਹ ਦੱਸੋ ਕਿ ਆਹ ਐਂਗਲ C ਆ, ਆਹ ਐਂਗਲ A ਆ। ਮੈਨੂੰ ਨਹੀਂ ਪਤਾ ਕਿ ਪੇਪਰ ਵਾਲਿਆਂ ਨੇ ਕਿਹੜੇ ਐਂਗਲ ਪੁੱਛੇ ਆ, ਮੈਂ ਤੇ ਆਪਣੀ ਮਰਜ਼ੀ ਨਾਲ ਕੱਢ ਕੇ ਦਊਂਗਾ ਤੁਹਾਨੂੰ ਸੀਕੈਂਟ C। ਸੀਕੈਂਟ ਦਾ C। ਸੀਕੈਂਟ ਕੀ ਹੁੰਦਾ ਸੀ ਯਾਦ ਕਰੋ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲੇ ਤੋਂ ਲਾਓ ਦਿਮਾਗ। ਇਹ ਹੁੰਦਾ ਸੀ ਹਾਈਪੋਟਨਿਊਸ ਬਟੇ ਬੇਸ, ਯਾਨੀ ਕਿ ਕਰਨ ਬਟੇ ਆਧਾਰ। ਹੁਣ C ਐਂਗਲ ਆ, ਇਹਦੇ ਹਿਸਾਬ ਨਾਲ ਬੇਸ ਥੱਲੇ ਵਾਲਾ ਇਹਦਾ, ਤੇ ਇਹਦਾ ਹਾਈਪੋਟਨਿਊਸ ਕਿੰਨਾ ਹੋ ਗਿਆ ਜੀ ਭਲਾ 25। ਹਾਈਪੋਟਨਿਊਸ ਤਾਂ ਹੀ ਰਹਿਣਾ। ਹੁਣ ਮੈਂ ਆਪਣੀ ਮਰਜ਼ੀ ਨਾਲ ਤੁਹਾਨੂੰ ਇੱਕ ਹੋਰ ਪੁੱਛ ਰਿਹਾ ਜੀ, cot of A। cot ਹੁੰਦਾ ਏ ਬੇਸ ਬਟੇ ਪਰਪੈਂਡੀਕੂਲਰ, ਮਤਲਬ ਆਧਾਰ ਬਟੇ ਲੰਬ। ਹੁਣ ਇਹਦਾ ਆਧਾਰ ਕਿੰਨਾ ਹੈ ਜੀ A ਐਂਗਲ, ਇਹਦਾ ਆਧਾਰ ਕਿੰਨਾ ਹੈ 24, ਕਿਉਂਕਿ ਐਂਗਲ ਦੇ ਹਿਸਾਬ ਨਾਲ ਪਤਾ ਲੱਗਦਾ ਨਾ ਆਧਾਰ ਕਿੰਨਾ ਹੈ 24, ਤੇ ਲੰਬ ਕਿੰਨਾ ਹੈ, ਐਂਗਲ ਦੇ ਸਾਹਮਣੇ ਵਾਲਾ ਲੰਬ ਹੁੰਦਾ ਜੀ 24/7। ਆ ਚੱਕੋ ਜੀ, ਐਵੇਂ ਸਵਾਲ ਨਿਕਲਣਗੇ। ਮਤਲਬ ਇਹ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਅਸੀਂ ਸਵਾਲਾਂ ਨੂੰ ਹੱਥ ਕਿਵੇਂ ਪਾਉਣਾ ਹੈ। ਜਿਵੇਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਇਹ ਸਾਰੇ ਸਵਾਲ ਤੁਹਾਡੀ ਤ੍ਰਿਕੋਣਮਿਤੀ ਵਾਲੀ ਜਿਹੜਾ ਅਧਿਆਇ ਆ ਉਹਦਾ ਪਹਿਲਾ ਅਭਿਆਸ ਆ ਜੀ 8.1, ਉਹਦੇ ਸਵਾਲਾਂ ਨੂੰ ਆਪਾਂ ਹੱਥ ਪਾ ਰਹੇ ਹਾਂ, ਠੀਕ ਆ ਜੀ। ਸੋ ਬੜੀ ਇੰਪੋਰਟੈਂਟ ਗੱਲ ਹੈ ਜੀ, ਇਹ ਗੱਲ ਬੜੀ ਸਪਸ਼ਟ ਤੇ ਕਲੀਅਰ ਦੱਸਦਾ ਤੁਹਾਨੂੰ ਮੈਂ, ਠੀਕ ਹੈ ਜੀ। ਹੁਣ ਇੱਕ ਸਵਾਲ ਹੋਰ ਕਰਾ ਦਿੰਦਾ ਮੈਂ ਤੁਹਾਨੂੰ। ਉਹਨਾਂ ਨੇ ਕਿਹਾ ਕਿ ਆਹ ਸਵਾਲ ਬੜਾ ਇੰਪੋਰਟੈਂਟ ਹੈ ਜੀ, ਕਹਿੰਦਾ ਜੀ 3 of cot A ਬਰਾਬਰ ਹੈ 4। 3 cot A ਬਰਾਬਰ ਹੈ 4, ਤੇ ਪਤਾ ਕਰੋ ਕਿ secant A ਪਲੱਸ ਕੋਸੀਕੈਂਟ A ਕਿੰਨਾ ਹੋਊਗਾ। secant A ਪਲੱਸ ਕੋਸੀਕੈਂਟ A ਕਿੰਨਾ ਹੋਊਗਾ, ਮੈਂ ਆਪਣੇ ਵੱਲੋਂ ਸਵਾਲ ਪਾਇਆ। ਕਹਿੰਦਾ ਜੀ 3 ਗੁਣਾ cot A 4 ਆ, ਤੇ ਜੇ 3 ਇੱਧਰ cot A ਨਾਲ ਗੁਣਾ ਹੈ ਤਾਂ ਪਰਲੇ ਪਾਸੇ ਜਾ ਕੇ ਕੀ ਹੋ ਜਾਊਗਾ ਜੀ ਭਾਗ। cot A ਬਰਾਬਰ ਹੈ 4/3। ਲਓ ਜੀ ਬਣਾਓ ਸਮਕੋਣੀ ਤ੍ਰਿਕੋਣ, ਆ ਬਣ ਗਿਆ ਜੀ। ਤੁਸੀਂ ਇੱਥੇ ਇੱਕ ਐਂਗਲ ਨੂੰ ਨਾਂ ਦਿਓ A, ਇਹਨੂੰ ਦਿੱਤਾ A। cot ਦਾ ਫਾਰਮੂਲਾ ਹੁੰਦਾ ਹੈ ਆਧਾਰ ਬਟੇ ਲੰਬ, ਇਹਦਾ ਆਧਾਰ ਆ ਲੰਬ ਆ। ਕਰਨ ਕੱਢਣਾ ਹੈ, ਤੇ ਤੁਹਾਨੂੰ ਪਤਾ ਹੀ ਆ ਕਿ ਕਰਨ ਜਿਹੜਾ ਹੈ ਉਹਦਾ ਸਕੁਅਰ ਜਿਹੜਾ ਹੁੰਦਾ ਹੈ ਉਹ ਲੰਬ ਦੇ ਸਕੁਅਰ ਦੇ ਬਰਾਬਰ ਜਮਾ ਆਧਾਰ ਦੇ ਸਕੁਅਰ ਦੇ ਬਰਾਬਰ ਹੁੰਦਾ ਹੈ। ਤੇ h ਦਾ ਸਕੁਅਰ ਆ ਗਿਆ ਆਪਣੇ ਕੋਲ 25, ਤੇ h ਕਿੰਨਾ ਆ ਗਿਆ ਆਪਣੇ ਕੋਲ 5, ਕਿਉਂਕਿ ਇਹਦਾ ਮਤਲਬ ਆ ਗਿਆ ਆਪਣੇ ਕੋਲ 5। ਹੁਣ ਕੱਢਣਾ ਕੀ ਹੈ ਜੀ ਸੀਕੈਂਟ ਆਫ A। ਜੇਕਰ ਸੀਕੈਂਟ ਆਫ A ਕੱਢਣਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੀਕੈਂਟ ਕੀ ਹੁੰਦਾ ਹੈ ਜੀ। ਸੀਕੈਂਟ ਦਾ ਫਾਰਮੂਲਾ ਹੁੰਦਾ ਹੈ ਜੀ ਕਰਨ ਬਟੇ ਆਧਾਰ, ਕਰਨ ਬਟੇ ਆਧਾਰ। ਕਰਨ ਕਿੰਨਾ ਹੈ ਜੀ ਆਪਣੇ ਕੋਲ 5, ਤੇ ਆਧਾਰ ਕਿੰਨਾ ਹੈ ਆਪਣੇ ਕੋਲ 4। ਆ ਚੱਕੋ ਜੀ। ਫਿਰ ਆ ਗਿਆ ਜੀ ਕੋਸੀਕੈਂਟ A, ਉਹ ਕੀ ਹੁੰਦਾ ਜੀ ਭਲਾ ਕਰਨ ਬਟੇ ਲੰਬ। ਹੁਣ A ਦੇ ਹਿਸਾਬ ਨਾਲ ਕਰਨ ਕਿੰਨਾ ਹੈ, ਕਰਨ ਤਾਂ 5 ਹੀ ਰਹਿਣਾ ਹੈ, ਤੇ ਲੰਬ ਕਿੰਨਾ ਹੋ ਜਾਊਗਾ ਜੀ 3। ਇਹਦਾ ਮਤਲਬ ਇੱਥੇ ਅਸੀਂ 5/4 ਤੇ 5/3 ਨੂੰ ਜੋੜ ਦੇਣਾ ਸੀ। ਜਦੋਂ ਜੋੜਨਾ ਹੋਵੇ ਤੁਹਾਨੂੰ ਪਤਾ ਨਾ ਕਿ 4 ਦਾ ਤੇ 3 ਦਾ ਲਘੁੱਤਮ ਲੈਣਾ ਪੈਂਦਾ। ਛੋਟੇ ਤੋਂ ਛੋਟੇ ਪਹਾੜੇ ਤੇ ਜਾਂਦੇ ਆ 2 ਤੇ, ਆ 2 ਤੇ ਗਿਆ, 3 ਤੇ ਗਿਆ, ਆ ਛੋਟੇ ਤੋਂ ਛੋਟੇ ਪਹਾੜੇ ਤੇ ਗਿਆ 1 ਤੇ, ਆ 3 ਤੇ, ਫਿਰ ਆ ਛੋਟੇ ਤੋਂ ਛੋਟੇ ਪਹਾੜੇ ਤੇ ਗਿਆ 3 ਤੇ। ਆ ਦੇਖੋ ਜੀ, ਇਹ ਆ ਗਿਆ 2 ਗੁਣਾ 2 ਗੁਣਾ 3, 3 ਦੂਣੀ 6 ਦੂਣੀ 12, ਇੱਥੇ ਰੱਖਿਆ 12, 12 ਨੂੰ 4 ਨਾਲ ਭਾਗ ਕੀਤਾ 3, ਜੋ ਬਚੇ ਉੱਪਰਲੇ 5 ਨਾਲ ਗੁਣਾ ਕਰਤਾ 15, 12 ਨੂੰ 3 ਨਾਲ ਭਾਗ ਕੀਤਾ 4, ਜੋ ਬਚੇ ਉੱਪਰਲੇ ਨਾਲ ਮਲਟੀਪਲਾਈ ਕਰਤਾ ਜੀ 20। ਇਹ ਆਪਣੇ ਕੋਲ ਆ ਗਿਆ ਜੀ 35/12। ਇਸ ਤਰੀਕੇ ਨਾਲ ਆਪਣੇ ਕੋਲੇ ਸਵਾਲ ਨਿਕਲਣੇ, ਇਹਨੂੰ ਰੋਕ ਕੇ ਤੁਸੀਂ ਇੱਥੇ ਆਰਾਮ ਨਾਲ ਕੱਢ ਵੀ ਸਕਦੇ ਹੋ। ਮਤਲਬ ਸਾਫ਼ ਆ ਜੀ, ਜਿਵੇਂ ਦਾ ਮਰਜ਼ੀ ਤੁਹਾਨੂੰ ਪੇਪਰ 'ਚ ਸਵਾਲ ਆ ਜੇ ਤੁਸੀਂ ਬੜੇ ਆਰਾਮ ਨਾਲ ਇਹ ਸਵਾਲ ਕਰ ਸਕਦੇ ਹੋ। ਜਿਵੇਂ ਤੁਹਾਨੂੰ ਇੱਕ ਸਵਾਲ ਪੇਪਰ 'ਚ ਆ ਵੀ ਪਾਇਆ ਹੋਇਆ ਜੀ,
ਕਹਿੰਦਾ tan a ਬਰਾਬਰ ਹੈ 1/√3। tan a 1/√3 ਦੱਸੋ ਜੀ cos a cos c ਮਾਈਨਸ sin a sin c ਦਾ ਜਵਾਬ ਕਿੰਨਾ ਆਊਗਾ? cos a cos c ਮਾਈਨਸ sin a sin c। ਠੀਕ ਹੈ ਜੀ, cos a cos c ਮਾਈਨਸ sin a sin c, ਇਹਦਾ ਜਵਾਬ ਦੱਸੋ ਜੀ ਕਿੰਨਾ ਆਊਗਾ? ਹੁਣ ਇਹਦਾ ਜੇ ਅਸੀਂ ਜਵਾਬ ਕੱਢਣ ਲੱਗ ਪਈਏ ਤਾਂ ਸਾਡੇ ਵਾਸਤੇ ਬਹੁਤ ਸਿੰਪਲ ਜੀ ਗੱਲ ਆ। ਤੁਸੀਂ ਕੀ ਕਰਨਾ ਹੈ, ਇੱਥੇ ਜਾ ਕੇ ਆਪਣਾ ਸਮਕੋਣੀ ਤ੍ਰਿਕੋਣ ਬਣਾਓ। ਕਿਸੇ ਇੱਕ ਐਂਗਲ ਨੂੰ ਤੁਸੀਂ A ਲੈ ਕੇ ਚੱਲੋ, ਕਿਉਂਕਿ ਹਮੇਸ਼ਾ ਥੱਲੇ ਵਾਲੀ A ਲੈ ਕੇ ਚੱਲੀਦਾ। ਇਹਦੇ ਹਿਸਾਬ ਨਾਲ tan ਕੀ ਹੁੰਦਾ ਭਲਾ? tan ਹੁੰਦਾ ਜੀ ਪਰਪੈਂਡੀਕੂਲਰ ਬਟੇ ਬੇਸ। tan ਹੁੰਦਾ ਹੈ ਜੀ ਆਪਣਾ ਪਰਪੈਂਡੀਕੂਲਰ ਬਟੇ ਬੇਸ। ਠੀਕ ਹੈ ਜੀ, tan ਆਪਣਾ ਪਰਪੈਂਡੀਕੂਲਰ ਬਟੇ ਬੇਸ ਹੁੰਦਾ ਹੈ। ਆ ਆਪਣਾ ਹੋ ਗਿਆ ਜੀ ਪਰਪੈਂਡੀਕੂਲਰ, ਆ ਆਪਣਾ ਹੋ ਗਿਆ ਜੀ ਬੇਸ, ਤੇ ਆ ਆਪਣਾ ਹੋ ਗਿਆ ਜੀ ਹਾਈਪੋਟਨਿਊਸ। ਠੀਕ ਹੈ ਜੀ, ਆ ਪਰਪੈਂਡੀਕੂਲਰ ਹੋ ਗਿਆ, ਆ ਬੇਸ ਹੋ ਗਿਆ, ਆ ਆਪਣਾ ਹੋ ਗਿਆ ਜੀ ਕੀ ਭਲਾ? ਹਾਈਪੋਟਨਿਊਸ। ਹੁਣ ਇੱਕ ਗੱਲ ਦੇਖੋ ਜੀ, ਆ ਪਰਪੈਂਡੀਕੂਲਰ ਆ, ਆ ਬੇਸ ਆ, ਆ ਹਾਈਪੋਟਨਿਊਸ ਆ, ਤਾਂ ਤੁਸੀਂ ਇੱਕ ਗੱਲ ਦੱਸੋਗੇ ਪਰਪੈਂਡੀਕੂਲਰ ਕਿੰਨਾ ਦਿੱਤਾ ਹੋਇਆ ਆਪਾਂ ਨੂੰ? 1। ਬੇਸ ਕਿੰਨਾ ਦਿੱਤਾ ਹੋਇਆ ਆਪਾਂ ਨੂੰ? √3। ਹੁਣ ਆਪਾਂ ਹਾਈਪੋਟਨਿਊਸ ਕੱਢਣਾ ਹੈ, ਤੇ ਹਾਈਪੋਟਨਿਊਸ ਦਾ ਸਕੁਅਰ ਕੀ ਹੁੰਦਾ ਭਲਾ ਜੀ? ਪਰਪੈਂਡੀਕੂਲਰ ਦਾ ਸਕੁਅਰ ਪਲੱਸ ਬੇਸ ਦਾ ਸਕੁਅਰ। 1 √3 ਦਾ ਸਕੁਅਰ। ਕਿਸੇ ਵੀ ਚੀਜ਼ ਦੇ ਉੱਪਰ ਰੂਟ ਪਿਆ ਹੋਵੇ ਉਹਦਾ ਸਕੁਅਰ ਕਰਕੇ ਉਹ ਨੰਬਰ ਬਾਹਰ ਆ ਜਾਂਦਾ ਹੈ। √3 ਦਾ ਸਕੁਅਰ ਕਿੰਨਾ ਹੋਊਗਾ ਜੀ? 3। 1 ਜਮਾ 3 ਕਿੰਨਾ ਹੋ ਗਿਆ ਜੀ? 4। h ਦਾ ਸਕੁਅਰ ਆ ਗਿਆ ਆਪਣੇ ਕੋਲ 4, ਤੇ ਤੁਹਾਨੂੰ ਪਤਾ ਕਿਹਦਾ ਸਕੁਅਰ 4 ਹੁੰਦਾ ਹੈ? 2 ਦਾ। ਇਹਦਾ ਮਤਲਬ h ਕਿੰਨਾ ਆ ਗਿਆ ਆਪਣੇ ਕੋਲ? 2। ਆ ਚੱਕੋ ਜੀ, ਇੱਥੋਂ ਤੁਸੀਂ h ਕੱਢ ਲਿਆ, ਕਿਉਂਕਿ ਤੁਸੀਂ ਉਹ ਸਾਰੀਆਂ ਵੈਲਿਊ ਇੱਥੇ ਪੁੱਟ ਕਰਨੀਆਂ ਜੀ। ਹੁਣ ਤੁਸੀਂ ਇਸ ਐਂਗਲ ਨੂੰ ਮੰਨ ਕੇ ਚੱਲਿਓ A, ਇਹਦਾ ਮਤਲਬ A ਨੂੰ ਛੱਡ ਕੇ ਦੂਜਾ ਐਂਗਲ ਕੀ ਸੀਗਾ ਭਲਾ? C। ਉਹਨਾਂ ਨੇ ਆਪਾਂ ਨੂੰ ਇਹੀ ਕਿਹਾ ਸੀ ਨਾ, ਕਹਿੰਦਾ ਜੀ ਇਹ ਦੱਸਿਆ ਜਾਵੇ ਕਿ ਜੀ ਇੱਕ ਰਾਈਟ ਐਂਗਲ ਟ੍ਰਾਇੰਗਲ ਆ, ਠੀਕ ਆ, ਜਿੱਥੇ tan A ਦੀ ਵੈਲਿਊ ਦਿੱਤੀ ਹੋਈ ਆ, ਤੇ ਇਹ ਵੀ ਨਾਲ ਦੱਸਿਆ ਸੀ ਉਹਨਾਂ ਨੇ ਕਿ ਸਮਕੋਣ ਜਿਹੜਾ ਬਣਿਆ ਹੋਇਆ B ਤੇ ਬਣਿਆ। ਇਹਦਾ ਮਤਲਬ ਅੰਡਰਸਟੂਡ ਹੀ ਆ ਜੀ, ਦੂਜਾ ਐਂਗਲ C ਆ। ਹੁਣ ਤੁਸੀਂ ਕੱਢਣੀ ਆ cos ਦੀ ਵੈਲਿਊ। ਹੁਣ ਮੈਂ ਸਿੱਧੀਆਂ ਵੈਲਿਊ ਕੱਢ ਕੇ ਦੇਣ ਲੱਗਾ ਤੁਹਾਨੂੰ। cos A, cos ਦੀ ਹੁੰਦੀ ਆ ਆਧਾਰ ਬਟੇ ਲੰਬ। ਆਧਾਰ ਕਿੰਨਾ ਹੈ ਜੀ? √3। ਆਧਾਰ ਬਟੇ ਕਰਨ, ਆਧਾਰ ਕਿੰਨਾ ਹੈ? √3, ਤੇ ਕਰਨ ਕਿੰਨਾ ਹੈ? 2। cos A ਗੁਣਾ cos C, ਇੱਥੇ ਪਾਤੀ ਗੁਣਾ। ਹੁਣ ਆਹ ਐਂਗਲ ਦੇ ਹਿਸਾਬ ਨਾਲ ਚੱਲਿਓ cos C। cos C ਕੀ ਹੁੰਦਾ ਭਲਾ? ਆਧਾਰ ਬਟੇ ਕਰਨ। ਪਰ ਇੱਥੇ ਆਧਾਰ ਆਪਣਾ 1 ਆਊਗਾ, ਕਿਉਂਕਿ C ਦੇ ਹਿਸਾਬ ਨਾਲ ਆਧਾਰ 1 ਆ, ਤੇ ਕਰਨ ਤਾਂ ਕਦੀ ਨਹੀਂ ਬਦਲਦਾ। ਮਾਈਨਸ sin A। sin A ਕਿੰਨਾ ਆਊਗਾ ਆਪਣੇ ਕੋਲ? sin A, ਗੌਰ ਕਰਿਓ ਇਸ ਗੱਲ ਤੇ, ਆ ਐਂਗਲ ਸਾਈਨ ਦਾ ਫਾਰਮੂਲਾ ਹੁੰਦਾ ਜੀ ਪਰਪੈਂਡੀਕੂਲਰ ਯਾਨੀ ਕਿ ਲੰਬ ਬਟੇ ਹਾਈਪੋਟਨਿਊਸ। ਇਹ ਆ ਗਿਆ ਆਪਣੇ ਕੋਲ 1/2 ਗੁਣਾ sin C। C ਕਿੰਨਾ ਆਊਗਾ ਆਪਣੇ ਕੋਲ? ਗੌਰ ਕਰਿਓ, C ਕਿੰਨਾ ਆਊਗਾ ਆਪਣੇ ਕੋਲ? sin C। ਜੇ ਮੈਂ ਇਹਨੂੰ ਸਾਈਨ ਮੰਨ ਕੇ C ਮੰਨ ਕੇ ਚੱਲਾਂ, ਇਹਦੇ sin C ਦਾ ਫਾਰਮੂਲਾ ਹੁੰਦਾ ਜੀ ਲੰਬ ਬਟੇ ਕਰਨ। ਇਹਦੇ ਹਿਸਾਬ ਨਾਲ ਲੰਬ ਕਿੰਨਾ ਆ ਗਿਆ ਜੀ? √3, ਤੇ ਕਰਨ ਕਿੰਨਾ ਆ ਗਿਆ ਜੀ? 2। ਇਹ ਆ ਗਿਆ ਜੀ √3/4 ਮਾਈਨਸ √3/4, ਕੱਟ ਕੇ ਕਿੰਨਾ ਆਂਸਰ ਆ ਗਿਆ ਜੀ? 0 ਆ ਗਿਆ। ਸੋ ਐਵੇਂ ਦੇ ਸਵਾਲ ਆਪਾਂ ਨੂੰ ਕੱਢਣੇ ਪੈਣਗੇ। ਮਤਲਬ ਮੁੱਕਦੀ ਗੱਲ ਇਹ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਵਾਲ, ਜਿਵੇਂ ਇੱਕ ਸਵਾਲ ਹੋਰ ਮੈਂ ਪਾ ਰਿਹਾ, ਕਹਿੰਦਾ ਜੀ ਇੱਕ ਸਮਕੋਣੀ ਤ੍ਰਿਕੋਣ ਲਿਖੋ ਸਵਾਲ। ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਊਗਾ। ਇੱਕ ਸਮਕੋਣੀ, ਇਹ ਪੇਪਰ 'ਚ ਵੀ ਆ ਸਕਦਾ ਤੁਹਾਡੇ 'ਚ। ਇੱਕ ਸਮਕੋਣੀ ਤ੍ਰਿਕੋਣ PQR ਜਿਸ ਦਾ ਸਮਕੋਣ ਕਿਊ ਤੇ ਹੈ। ਸਮਕੋਣ ਕਿਹਦੇ ਤੇ ਹੈ ਜੀ? ਸਮਕੋਣ ਕਿਊ ਤੇ। ਇਹਦਾ ਮਤਲਬ ਇੱਕ ਗੱਲ ਪਤਾ ਹੈ ਕਿ ਇੱਕ P ਰਹਿ ਗਿਆ ਤੇ ਦੂਜਾ ਕੀ ਰਹਿ ਗਿਆ ਜੀ? R। ਕਹਿੰਦਾ ਇਸ ਵਿੱਚ PR ਜਮਾ QR ਦੀ ਵੈਲਿਊ, PR ਜਮਾ QR ਦੀ ਵੈਲਿਊ 25 ਦਿੱਤੀ ਹੋਈ ਹੈ। PR ਜਮਾ QR ਦੀ ਵੈਲਿਊ 25 ਦਿੱਤੀ ਹੋਈ ਆ। ਤੁਸੀਂ ਇਹ ਦੱਸਿਓ, ਮੈਂ ਦੋ ਚੀਜ਼ਾਂ ਪੁੱਛ ਰਿਹਾ ਕਿ ਇੱਕ sin P ਕਿੰਨਾ ਹੈ ਤੇ ਇੱਕ tan R ਕਿੰਨਾ ਹੈ। ਬਸ, ਇੱਕ sin P ਕਿੰਨਾ ਹੈ ਤੇ ਇੱਕ tan R ਕਿੰਨਾ ਹੈ। ਦੇਖੋ ਜੀ, ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਆਹ ਕੋਣ ਜਿਹੜਾ ਹੈ ਜੀ, ਇਹਨੂੰ P ਮੰਨ ਲਿਆ, ਇਸ ਕੋਣ ਨੂੰ ਕੀ ਮੰਨ ਲਿਆ ਜੀ ਤੁਸੀਂ? R ਮੰਨ ਲਿਆ। ਠੀਕ ਹੈ ਜੀ। ਹੁਣ ਤੁਸੀਂ ਦੇਖੋ, ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੈ, ਸਭ ਪਤਾ ਹੈ, ਇੱਕ ਗੱਲ ਬਹੁਤ ਵਧੀਆ ਤਰੀਕੇ ਨਾਲ। ਦੇਖੋ ਜੀ,
ਜੇ ਤਾਂ ਤੁਸੀਂ PR QR ਲਿਖ ਕੇ ਚੱਲਣਾ ਚਾਹੁੰਦੇ ਹੋ ਤਾਂ ਵੀ ਠੀਕ ਆ। ਮੈਂ ਕਹਿੰਦਾ ਮੈਂ ਸਵਾਲ ਨੂੰ ਥੋੜਾ ਜਿਹਾ ਸੌਖਾ ਕਰ ਲਾਂ। PQ ਦੀ ਵੈਲਿਊ ਨੂੰ ਲਿਖ ਲਾਂ X, QR ਦੀ ਵੈਲਿਊ ਨੂੰ ਲਿਖ ਲਾਂ Y ਤੇ PR ਦੀ ਵੈਲਿਊ ਨੂੰ ਨਾਮ ਦੇ ਦਾਂ Z, ਕਿਉਂਕਿ QR PR ਲਿਖਣੇ ਔਖੇ ਆ, XYZ ਲਿਖਣੇ ਸੌਖੇ ਆ। ਮੈਂ ਇਸ ਚੀਜ਼ ਦਾ ਫਿਰ ਆਹ ਮਤਲਬ ਕੱਢਣ ਲੱਗਾ ਹੁਣ। PR ਕਿੰਨਾ ਹੋ ਗਿਆ ਪਹਿਲਾਂ Z, ਤੇ QR ਕਿੰਨਾ ਹੋ ਗਿਆ ਜੀ Y। Y ਜਮਾ Z ਦੀ ਵੈਲਿਊ ਸਾਨੂੰ 25 ਦਿੱਤੀ ਹੋਈ ਹੈ। ਇਹ ਗੱਲ ਸਾਨੂੰ ਪਤਾ ਹੈ। ਸਾਨੂੰ ਪਤਾ ਹੈ ਕਿ ਇਹ ਸਮਕੋਣੀ ਤ੍ਰਿਕੋਣ ਆ। ਇਹਦਾ ਮਤਲਬ ਇਹਦੇ 'ਚ ਇੱਕ ਸੱਚਾਈ ਤੇ ਕਦੀ ਨਹੀਂ ਭੁੱਲ ਸਕਦੇ ਆਪਾਂ ਕਿ x ਸਕੁਅਰ ਜਮਾ y ਸਕੁਅਰ ਬਰਾਬਰ ਹੈ z ਸਕੁਅਰ। ਕਿ x ਸਕੁਅਰ ਪਲੱਸ y ਸਕੁਅਰ ਬਰਾਬਰ ਕੀ ਹੈ ਜੀ z ਸਕੁਅਰ। ਠੀਕ ਹੈ ਜੀ, x ਸਕੁਅਰ ਪਲੱਸ y ਸਕੁਅਰ ਦੀ ਵੈਲਿਊ ਹਮੇਸ਼ਾ z ਸਕੁਅਰ ਦੇ ਬਰਾਬਰ ਆਊਗੀ। ਇਹ ਗੱਲ ਤਾਂ ਪਤਾ ਸਾਰਿਆਂ ਨੂੰ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਇਹਦਾ ਮਤਲਬ ਇੱਕ ਗੱਲ ਇਹ ਵੀ ਪਤਾ ਹੈ ਕਿ x ਸਕੁਅਰ ਬਰਾਬਰ ਹੈ z ਸਕੁਅਰ ਮਾਈਨਸ y ਸਕੁਅਰ। ਫਿਰ ਆਹ ਚੀਜ਼ ਇੱਧਰ ਜਾ ਕੇ ਘਟ ਗਈ। ਤੁਸੀਂ ਛੋਟੇ ਹੁੰਦੇ ਇੱਕ 9ਵੀਂ 'ਚ ਫਾਰਮੂਲਾ ਪੜ੍ਹਿਆ ਹੋਊਗਾ a ਸਕੁਅਰ ਮਾਈਨਸ b ਸਕੁਅਰ। ਉਹਦਾ ਫਾਰਮੂਲਾ ਹੁੰਦਾ ਸੀਗਾ a ਮਾਈਨਸ b ਇੰਟੂ a ਪਲੱਸ b। ਠੀਕ ਹੈ ਜੀ, a ਮਾਈਨਸ b ਇੰਟੂ a ਪਲੱਸ b। ਇੱਕ ਗੱਲ ਹੋਰ ਸਾਈਡ ਤੇ ਜਿਹੜੀ ਦਿੱਤੀ ਹੋਈ ਹੈ ਮੈਂ ਭੁੱਲ ਗਿਆ ਲਿਖਣੀ, ਉਹ ਇਹ ਹੈ ਜੀ ਕਿ PQ ਬਰਾਬਰ ਹੈ 5। ਇਹ ਵੀ ਦੱਸਿਆ ਹੋਇਆ ਜੀ PQ 5 ਆ। PQ ਦਾ ਮਤਲਬ x 5 ਆ। ਮੈਂ PQ ਨੂੰ x ਲਿਖਿਆ ਹੋਇਆ ਨਾ ਸਹੂਲਤ ਵਾਸਤੇ, ਵੈਸੇ PQ ਲਿਖ ਕੇ ਵੀ ਚੱਲ ਜੂਗਾ ਕੰਮ। PQ 5 ਹੈ, PR ਜਮਾ QR 25 ਹੈ, ਤੇ ਬਾਕੀ ਸਾਰਾ ਕੁਝ ਦੱਸੋ। ਇਹ ਵੀ ਦੱਸਿਆ ਹੋਇਆ ਕਿ Q ਦੇ 90 ਡਿਗਰੀ ਦਾ ਕੋਣ ਆ, ਤੇ ਬਾਕੀ ਆ ਦੱਸੋ। ਦੇਖੋ ਜੀ, ਜੇ x ਦੀ ਵੈਲਿਊ 5 ਆ ਤਾਂ x ਦਾ ਸਕੁਅਰ ਕਿੰਨਾ ਆਊਗਾ ਜੀ 25। ਤੇ z ਮਾਈਨਸ y ਨੂੰ ਤੁਸੀਂ ਉਵੇਂ ਲਿਖਿਆ ਰਹਿਣ ਦਿਓ, ਤੇ z ਪਲੱਸ y ਦੀ ਵੈਲਿਊ ਵੀ ਤੁਹਾਨੂੰ ਕਿੰਨੀ ਦਿੱਤੀ ਹੋਈ ਹੈ ਜੀ 25। z ਮਾਈਨਸ y ਦੇ ਨਾਲ 25 ਗੁਣਾ ਹੋ ਰਿਹਾ, ਪਰਲੇ ਪਾਸੇ z 25 ਜਾ ਕੇ ਭਾਗ ਹੋ ਜਾਊਗਾ, ਤੇ ਇਹ ਬਣ ਜਾਊਗਾ ਜੀ 25 ਬਟੇ 25 ਕਿੰਨਾ ਭਲਾ 1। ਮਤਲਬ ਮੁੱਕਦੀ ਗੱਲ ਆ, ਤੁਸੀਂ ਕੱਢ ਕੇ ਲਿਆਂਦਾ ਜੀ z ਮਾਈਨਸ y ਬਰਾਬਰ ਹੈ 1, ਤੇ z ਪਲੱਸ y ਬਰਾਬਰ ਹੈ 25। z ਮਾਈਨਸ y ਤੁਸੀਂ ਕੱਟ ਕੇ ਲਿਆਂਦਾ, ਤੇ z ਪਲੱਸ y ਤੁਹਾਨੂੰ ਪੇਪਰ 'ਚ ਦਿੱਤਾ ਹੋਇਆ ਸੀ। ਹੁਣ ਤੁਸੀਂ ਸਾਰਿਆਂ ਨੇ ਇੱਕ ਬੜਾ ਸੌਖਾ ਜਿਹਾ ਚੈਪਟਰ ਪੜ੍ਹਿਆ ਹੋਇਆ ਹੈ ਕਿ ਜੀ ਜੇ ਦੋ ਆਹ ਦਿੱਤੀਆਂ, ਹੁਣ ਮੈਂ ਕਲਾਸ ਇੱਥੇ ਵੀ ਕਰਾਊਂਗਾ ਕਿ ਇਹਨਾਂ ਦੋਵਾਂ ਨੂੰ ਜੋੜ ਦਿੱਤਾ ਜਾਵੇ। ਤੁਸੀਂ ਵੈਸੇ ਹੀ ਦੱਸੋ, ਇੱਕ ਨੰਬਰ 'ਚ ਦੂਜਾ ਨੰਬਰ ਘਟਾ ਕੇ ਆ ਰਿਹਾ ਜੀ 1, ਦੋਵਾਂ ਨੰਬਰਾਂ ਨੂੰ ਜੋੜ ਕੇ 25 ਆ ਰਿਹਾ। ਇਹ ਤਾਂ ਅੰਡਰਸਟੂਡ ਹੀ ਹੈ ਜੀ ਕਿ ਇੱਕ ਨੰਬਰ 13 ਹੈ ਤੇ ਇੱਕ 12 ਹੈ, ਤਾਂ ਹੀ ਤਾਂ 13 ਜਮਾ 12 25 ਆ, ਤੇ 13 ਮਾਈਨਸ 12 1 ਆ। ਵੈਸੇ ਵੀ ਦੋਵਾਂ ਨੂੰ ਜੋੜ ਦਿਓ, 2 ਗੁਣਾ z ਬਰਾਬਰ ਹੈ 26, ਤੇ z ਬਰਾਬਰ ਹੈ 13, ਤੇ y ਬਰਾਬਰ ਹੈ 12। ਇਹ ਮੈਂ ਕਰਾਉਣਾ ਹਜੇ ਅਗਲੇ ਕਿਸੇ ਚੈਪਟਰ 'ਚ ਕਰਾਊਂਗਾ। ਹੁਣ ਤੁਸੀਂ ਕੁਛ ਨਹੀਂ ਕੀਤਾ ਜੀ, x ਤੁਹਾਨੂੰ 5 ਦਿੱਤਾ ਹੋਇਆ ਸੀ, y ਤੁਸੀਂ 12 ਕੱਢ ਲਿਆ, ਤੇ z ਤੁਸੀਂ 13 ਹੁਣੇ ਕੱਢਿਆ। ਫਿਰ ਭਾਵੇਂ ਤੁਸੀਂ ਸਾਈਨ p ਦੀ ਵੈਲਿਊ ਲਿਖਣੀ ਹੋਵੇ। ਸਾਈਨ ਹੁੰਦਾ ਪਰਪੈਂਡੀਕੂਲਰ ਬਟੇ ਹਾਈਪੋਟਨਿਊਜ਼, ਜਾਨੀ ਕਿ ਲੰਬ ਬਟੇ ਕਰਨ, ਤੇ p ਦੇ ਹਿਸਾਬ ਨਾਲ ਲੰਬ 12 ਹੈ, ਤੇ ਕਰਨ ਤਾਂ ਹਮੇਸ਼ਾ ਬਿਨਾਂ ਸੋਚੇ 13 ਰਹਿਣਾ ਹੀ ਆ। ਟੈਨ r ਕੱਢਣਾ ਅੱਗੇ। ਟੈਨ ਹੁੰਦਾ ਹੈ ਜੀ ਲੰਬ ਬਟੇ ਆਧਾਰ, r ਦੇ ਹਿਸਾਬ ਨਾਲ ਲੰਬ 5 ਹੈ ਤੇ ਆਧਾਰ 12 ਹੈ। ਤੁਸੀਂ ਜੋ ਮਰਜ਼ੀ ਕੱਢ ਸਕਦੇ ਹੋ, ਜੋ ਮਰਜ਼ੀ ਕਢਾਈ ਜਾਣ ਤੁਹਾਡੇ ਕੋਲੋਂ। ਇਸ ਤੋਂ ਔਖਾ ਸਵਾਲ ਹੋਰ ਕੀ ਪਾਉਣਗੇ। ਠੀਕ ਹੈ ਜੀ, ਇੱਕ ਗੱਲ ਬੜੀ ਸਪਸ਼ਟ ਆ ਤੇ ਬੜੀ ਸਾਫ਼ ਆ ਕਿ ਇਸ ਤੋਂ ਔਖਾ ਸਵਾਲ ਉਹ ਕੁਛ ਨਹੀਂ ਪਾਉਣਗੇ। ਸੋ ਕੁੱਲ ਮਿਲਾ ਕੇ ਸਾਨੂੰ ਆਹ ਗੱਲ ਬੜੀ ਸਾਫ਼ ਤੇ ਸਪਸ਼ਟ ਪਤਾ ਹੋਣੀ ਚਾਹੀਦੀ ਸੀਗੀ ਕਿ ਪੇਪਰ 'ਚ ਸਵਾਲ ਕਿਵੇਂ ਆ ਸਕਦੇ ਆ। ਠੀਕ ਹੈ ਜੀ, ਇਹ ਤਾਂ ਹੋ ਗਈ ਆਪਣੀ ਇੱਕ ਚੀਜ਼। ਹੁਣ ਚੱਲਦੇ ਹਾਂ ਜੀ ਆਪਾਂ ਦੂਸਰੀ ਚੀਜ਼ ਤੇ। ਕਹਿੰਦੇ ਜੀ ਇਹ ਤਾਂ ਸਾਨੂੰ ਐਵੇਂ ਦਿੱਤਾ ਹੋਇਆ ਸੀਗਾ, ਪਰ ਜੇ ਹੁਣ ਮੈਨੂੰ ਕੋਈ ਕਵੇ ਕਿ ਜਿਹੜੇ ਮੇਨ ਐਂਗਲ ਹੁੰਦੇ ਆ, ਮੇਨ ਐਂਗਲ ਤੁਸੀਂ ਕਹੋਗੇ ਕਿਹੜੇ, 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ, ਤੇ 90 ਡਿਗਰੀ। ਇਹਨਾਂ ਤੇ ਇਹਨਾਂ ਸਾਰਿਆਂ ਦੀ ਵੈਲਿਊ ਦੱਸੀ ਜਾਵੇ ਸਾਨੂੰ। ਕਿਹਦੀ ਭਲਾ, ਸਾਈਨ ਕੋਸ ਟੈਨ, ਸਭ ਦੀ 6 ਦੇ 6 ਦੀ ਵੈਲਿਊ ਜਿਹੜੀ ਹੈ ਜੀ ਉਹ ਸਾਨੂੰ ਲਿਖਾਈ ਜਾਵੇ, ਤੇ ਉਹਦੇ ਆਧਾਰ ਤੇ ਸਾਨੂੰ ਸਵਾਲ ਜਿਹੜੇ ਆ ਜੀ ਉਹ ਕਢਾਏ ਜਾਣ। ਠੀਕ ਹੈ ਜੀ, ਜ਼ਰੂਰ ਇਹਦੇ ਤੇ ਵਿਚਾਰ ਕਰਦੇ ਹਾਂ ਆਪਾਂ ਕਿ ਇਹਨਾਂ ਦੇ ਆਧਾਰ ਤੇ ਜਿਹੜੇ ਸਵਾਲ ਬਣਦੇ ਆ ਜੀ ਉਹ ਜ਼ਰੂਰ ਕੱਢਦੇ ਹਾਂ। ਪਰ ਸਵਾਲ ਕੱਢਣ ਤੋਂ ਪਹਿਲਾਂ ਤੁਹਾਨੂੰ ਇੱਕ ਸ਼ਾਰਟਕਟ ਦੱਸਦਾ। ਤੁਸੀਂ ਲਿਖੋ 0 1 2 3 4, ਸਭ ਨੂੰ 4 ਨਾਲ ਭਾਗ ਕਰ ਦਿਓ, ਸਭ ਨੂੰ 4 ਨਾਲ ਭਾਗ, ਫਿਰ ਸਭ ਦੇ ਪਾ ਦਿਓ ਰੂਟ, ਸਭ ਤੇ ਰੂਟ ਪਾ ਦਿਓ। ਠੀਕ ਹੈ ਜੀ, 0/4 ਹਮੇਸ਼ਾ 0 ਹੀ ਹੁੰਦਾ ਹੈ। 1/4 1 ਦਾ, ਇਹਨੂੰ ਰੂਟ ਨੂੰ ਉੱਪਰ ਥੱਲੇ ਅੱਡ ਵੀ ਕਰ ਸਕਦੇ ਹਾਂ। 1 ਦਾ 1, ਥੱਲੇ ਵਾਲੇ 4 ਦਾ ਰੂਟ 2। ਆਹ 2/4 ਆ ਜੀ, ਇਹ ਰੂਟ ਸਾਰੇ ਤੇ ਸੀਗਾ ਜੀ ਗਲਤੀ ਨਾਲ। 2/4 ਕੱਟ ਕੇ 1/2 ਆ ਗਿਆ, 1 ਦਾ ਰੂਟ 1 ਤੇ 2 ਦਾ ਰੂਟ 2 ਹੀ ਰਹਿ ਗਿਆ। ਆ 3/4 ਦਾ ਉਸ ਰੂਟ ਸੀਗਾ, 3 ਦਾ ਰੂਟ 3 ਤੇ ਥੱਲੇ ਵਾਲੇ 4 ਦਾ 2। 4/4 1, 1 ਦਾ ਰੂਟ 1। ਸੋ ਕਹਿਣ ਦਾ ਮਤਲਬ ਇਹ ਹੋ ਗਿਆ ਆਪਣੇ ਕੋਲ ਕਿ
मैं कुछ वैल्यूज़ इत्थे लिखियां सीगियां, वो मैं तुहानूं हुण सारियां जिहड़ियां ने चंगी तरह दसदा, ताकि तुसीं भी चंगी तरह टेबल नूं समझ सको ते तुहानूं कोई किसी प्रकार की दिक्कत ना आवे। ठीक है जी, किसी भी प्रकार की आपां नूं दिक्कत नहीं आनी चाहिए इहदे च। ठीक है जी, 0 डिग्री, 30 डिग्री, 45 डिग्री, 60 डिग्री ते 90 डिग्री। ठीक है जी, इत्थे आपां लिखांगे साइन, कॉस, टैन, साइन दा उल्ट कोसिकेंट, कॉस दा उल्ट सीकेंट ते टैन दा उल्ट कॉट। इत्थे फिर आपां उही लैना मारांगे, आ आ आ लाइन हो गई, आ लाइन हो गई ते आ लाइन हो गई। ठीक है जी, ਜਿਹੜੀ मैं वैल्यू लिखी सी ना वो साइन की सी, ਜਿਹੜੀ की लिखी सी भला याद आ? ਇੱਥੇ आ गई सी वैल्यू 0, ਇੱਥੇ वैल्यू आई सी 0, ਇੱਥੇ आई सी 1/2, ਇੱਥੇ आई सी 1/√2, ਇੱਥੇ आई ਸੀਗੀ √3/2 ਤੇ ਇੱਥੇ आई सी 1। ਆਹੀ ਸੀ ਨਾ, ਉਹ ਸਾइन ਦੀਆਂ वैल्यू ਹੁੰਦੀਆਂ। कॉस ਦੀਆਂ ਲਿਖਣੀਆਂ ਉਧਰੋਂ ਉਲਟ ਸ਼ੁਰੂ ਕਰ ਦੋ, √3/2, 1/2, 1/2 ਤੇ 0, मतलब इधरों वैल्यू इधर ਨੂੰ, इधरों इधर ਨੂੰ। बड़ी सिंपल है। ਹੁਣ ਜੇ tan ਦੀ वैल्यू ਕੱਢਣੀ ਆ, साइन ਨੂੰ cos ਨਾਲ ਭਾਗ ਕਰ ਦੋ। ਕਿਉਂ? साइन ਹੁੰਦਾ ਹੈ ਜੀ p/h, cos ਹੁੰਦਾ ਹੈ ਜੀ b/h ਤੇ tan ਹੁੰਦਾ ਹੈ sin/cos। p/h ਭਾਗ ਹੈ b/h ਤੇ p/h ਤੇ ਭਾਗ ਦਾ ਭਾਗ ਉੱਪਰ h ਉੱਪਰ b ਥੱਲੇ ਆ ਕੱਟ ਕੇ p/b ਹੁੰਦਾ ਨਾ tan। ਬਸ ਇਹੀ ਦੱਸਣਾ ਚਾਹੁੰਦਾ ਸੀ ਮੈਂ ਕਿ tan ਦਾ ਮਤਲਬ ਹੁੰਦਾ sin/cos। ਇਹ ਗੱਲ ਯਾਦ ਰੱਖਿਓ, tan is sin/cos। ਠੀਕ ਹੈ ਜੀ, 0/1 0, 1/2 ਥੱਲੇ √3/2, रूट ਕੱਟੇ ਜਾਣਗੇ, ਇਹ 1/√3, ਇਹ 1, ਇਹ √3, 1/0, 1/0 ਨੂੰ ਕਹਿੰਦੇ ਆ ਅੰਤਹੀਨ, ਅਨੰਤ, ਇਨਫਿਨਿਟੀ, ਅਨੰਤ। ਕਈ ਲੋਕ ਇਹਨੂੰ 1/0 ਹੀ ਕਹਿ ਦਿੰਦੇ ਆ, ਕਈ ਪੰਜਾਬੀ 'ਚ ਇਹਨੂੰ ਅਨੰਤ ਲਿਖ ਦਿੰਦੇ ਆ ਤੇ ਕਈ ਇਹਨੂੰ ਸੈਨ ਪਾ ਦਿੰਦੇ ਆ ਇਨਫਿਨਿਟੀ ਦਾ। ਠੀਕ ਹੈ ਜੀ, tan ਆ ਗਿਆ। ਹੁਣ ਤੁਹਾਨੂੰ ਪਤਾ ਜਿਹਦੇ ਥੱਲੇ ਕੁਝ ਵੀ ਨਾ ਹੋਵੇ ਉਹਦੇ ਥੱਲੇ 1 ਹੁੰਦਾ, ਜਿਹਦੇ ਥੱਲੇ ਕੁਝ ਵੀ ਨਾ ਹੋਵੇ ਉਹਦੇ ਥੱਲੇ 1 ਹੁੰਦਾ। ਹੁਣ ਤੁਹਾਨੂੰ ਪਤਾ ਕੋਸੀਕੈਂਟ ਸਾਈਨ ਦਾ ਉਲਟਾ, ਜੇ ਕੋਸੀਕੈਂਟ ਸਾਈਨ ਦਾ ਉਲਟਾ ਤੇ 0/1 ਦਾ ਉਲਟ ਕੀ ਹੋਊਗਾ? 1/0। ਬਸ ਉਹੀ ਰੌਲਾ, 1/0 ਕਹਿ ਦੋ, ਅਨੰਤ ਕਹਿ ਦੋ, ਇਨਫਿਨਿਟੀ ਕਹਿ ਦੋ। ਆ 1/2 ਆ, ਕੋਸੀਕੈਂਟ ਸਾਈਨ ਦਾ ਉਲਟਾ ਆ 2, ਆ √2/1, ਆ √3/2 ਆ, ਇਹ ਆ ਜਾਊਗਾ 2/√3, ਆ 1/1 ਆ, ਉਲਟਾ ਕੇ 1/1, ਯਾਨੀ ਕਿ 1 ਹੀ ਆ ਜਾਊਗਾ। ਸੀਕੈਂਟ cos ਦਾ ਉਲਟ ਹੁੰਦਾ ਹੈ, ਜਾਂ ਇਹ ਮੰਨ ਕੇ ਚੱਲੋ ਕਿ ਸੀਕੈਂਟ cos ਦਾ ਉਲਟਾ, ਜਾਂ ਇਹ ਮੰਨ ਕੇ ਚੱਲੋ ਕਿ ਜਿਵੇਂ ਕੋਸੀਕੈਂਟ ਲਿਖਿਆ ਪੁੱਠੇ ਪਾਸੇ ਇਹਨੂੰ ਲਿਖਣਾ ਸ਼ੁਰੂ ਕਰ ਦਿਓ। ਸ਼ਰਮਿੰਦੇ ਕਦੀ ਨਹੀਂ ਹੋਵੋਗੇ। ਠੀਕ ਹੈ ਜੀ। cot, cot ਹੁੰਦਾ ਜੀ ਜਿੱਧਰੋਂ tan ਲਿਖਿਆ ਜੀ tan ਵਾਲੇ ਪਾਸੇ ਉਲਟਾਉਣਾ ਸ਼ੁਰੂ ਕਰ ਦਿਓ ਜੀ। ਇੱਧਰ ਇਨਫਿਨਿਟੀ, ਇੱਧਰ √3, ਇੱਧਰ 1, ਇੱਧਰ 1/√3, ਇੱਧਰ ਕੀ ਆ ਗਿਆ ਜੀ 0। ਬਸ ਮੁੱਕਦੀ ਗੱਲ ਆ ਜੀ। ਆਹ 6 ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼ ਨੇ, ਸਾਈਨ, ਕਾਸ, ਟੈਨ, ਕੋਸੀਕੈਂਟ, ਸੀਕੈਂਟ, ਕਾਟ। ਇਹ ਇਹਨਾਂ ਦੀਆਂ ਵੈਲਿਊਜ਼ ਨੇ ਜਿਹੜੀਆਂ ਕਿ ਸਾਨੂੰ ਯਾਦ ਕਰਨੀਆਂ ਹੀ ਪੈਣੀਆਂ ਸੀਗੀਆਂ। ਇਹਨਾਂ ਨੂੰ ਯਾਦ ਕਰੇ ਬਿਨਾ ਸਾਡੇ ਕੋਲ ਕੋਈ ਹੋਰ ਇਲਾਜ ਨਹੀਂ ਹੁੰਦਾ। ਸੋ ਇਹ ਵੈਲਿਊਜ਼ ਜਦੋਂ ਸਾਨੂੰ ਯਾਦ ਹੋ ਜਾਣ, ਜਦੋਂ ਸਾਨੂੰ ਇਹ ਵੈਲਿਊਜ਼ ਯਾਦ ਹੋ ਜਾਣ, ਫਿਰ ਅਸੀਂ ਇਹਨਾਂ ਦੇ ਆਧਾਰ ਤੇ ਸਵਾਲ ਕੱਢ ਸਕਦੇ ਹਾਂ। ਆਹ ਤੁਹਾਡੀ ਕਿਤਾਬ ਦੇ ਵਿੱਚ ਦਿੱਤੀਆਂ ਹੋਈਆਂ ਨੇ। ਸੋ ਬੇਨਤੀ ਇਹ ਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਿਓ। ਜੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰੋਗੇ ਤਾਂ ਤੁਸੀਂ ਸਵਾਲ ਕੱਢ ਸਕਦੇ ਹੋ। ਕਿਵੇਂ ਭਲਾ? ਹੁਣ ਮੈਂ ਤੁਹਾਨੂੰ ਇਹਨਾਂ ਦੇ ਆਧਾਰ ਤੇ ਸਵਾਲ ਕੱਢ ਕੇ ਦਿਖਾਉਣਾ, ਇਹ ਨੋਟ ਕਰਨ ਦੀ ਲੋੜ ਨਹੀਂ, ਤੁਹਾਡੀ ਕਿਤਾਬ 'ਚ ਦਿੱਤੀਆਂ ਹੋਈਆਂ ਨੇ। ਹੁਣ ਇਹਨਾਂ ਦੇ ਆਧਾਰ ਤੇ ਤੁਸੀਂ ਮੇਰੇ ਤੋਂ ਜਿਹੜਾ ਮਰਜ਼ੀ ਸਵਾਲ ਕਢਾ ਲਓ। ਜਿਵੇਂ ਤੁਸੀਂ ਮੈਨੂੰ ਇਹ ਕਿਹਾ ਕਿ ਦੱਸੋ ਜੀ ਇਸ ਸਵਾਲ ਦਾ ਜਵਾਬ ਕੀ ਆਊਗਾ, ਮੈਂ ਇੱਕ ਸਵਾਲ ਕਢਾਉਣਾ ਤੁਹਾਨੂੰ। 5 cos ਸਕੁਏਅਰ 60 ਪਲੱਸ 4 ਸੀਕੈਂਟ ਸਕੁਏਅਰ 30 ਮਾਈਨਸ tan ਸਕੁਏਅਰ 45 ਬਟੇ ਸਾਈਨ ਸਕੁਏਅਰ 30, ਸਾਈਨ ਸਕੁਏਅਰ 30, ਸਾਈਨ ਸਕੁਏਅਰ 30 ਜਮਾ cos ਸਕੁਏਅਰ 30। ਠੀਕ ਹੈ ਜੀ।
ਆਹੀ ਹੈ ਜੀ। ਦੇਖੋ ਇੱਕ ਗੱਲ ਤਾਂ ਤੁਹਾਨੂੰ ਮੈਂ ਵੈਸੇ ਵੀ ਦੱਸ ਦਿੰਦਾ, ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਜੇ ਸਾਈਨ ਸਕੇਅਰ a ਹੋਵੇ ਤੇ ਜਮਾ cos ਸਕੇਅਰ ਵੀ ਸੇਮ ਐਂਗਲ ਹੋਵੇ ਤਾਂ ਉਹ 1 ਹੁੰਦਾ ਹੈ। ਆ ਸਾਈਨ ਸਕੇਅਰ 30 ਪਲੱਸ cos ਸਕੇਅਰ 30 1 ਹੀ ਆਊਗਾ। ਤੁਹਾਨੂੰ ਸ਼ੱਕ ਆ ਨਾ, ਆਪਾਂ ਕੱਢ ਕੇ ਵੀ ਦੇਖਾਂਗੇ, ਪਰ ਇਹ ਨਾ ਹੋਵੇ ਕਿ ਸਾਈਨ ਸਕੇਅਰ 30 ਪਲੱਸ cos ਸਕੇਅਰ 45 ਨੂੰ 1 ਲਿਖੀ ਜਾਓ ਨਾ, ਦੋਵੇਂ ਐਂਗਲ ਸੇਮ ਹੋਣੇ ਚਾਹੀਦੇ ਆ ਫਿਰ ਇਹ 1 ਆਉਂਦਾ ਹੈ, ਪਰ ਆਪਾਂ ਐਵੇਂ ਨਹੀਂ ਕਰਦੇ। ਹੁਣ ਮੈਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਈਨ ਸਕੇਅਰ 30 ਦਾ ਮਤਲਬ ਕੀ ਹੁੰਦਾ, ਜਿਹੜਾ ਮੈਂ ਲੈਕਚਰ ਦੇ ਸ਼ੁਰੂ 'ਚ ਦੱਸਿਆ ਸੀ, ਸਾਈਨ 30 ਦਾ ਹੋਲ ਸਕੇਅਰ, ਪਤਾ ਨਾ ਇਹ ਗੱਲ। ਤੇ ਸਾਈਨ 30 ਦੇ ਹੋਲ ਸਕੇਅਰ ਦਾ ਮਤਲਬ ਆ ਸਾਈਨ 30 ਦੀ ਵੈਲਿਊ ਲਿਖੋ, ਯਾਦ ਕਰੋ 1/2, ਯਾਦ ਆ ਨਾ, 1/2 ਦਾ ਸਕੇਅਰ ਕਿੰਨਾ ਆ ਗਿਆ 1/4। ਹੁਣ ਆ ਜਾਓ cos 30 ਦੇ ਹੋਲ ਸਕੇਅਰ ਦੀ ਵੈਲਿਊ, cos 30 ਹੁੰਦਾ ਜੀ √3/2, ਉਹਦਾ ਸਕੇਅਰ, √3 ਦਾ ਸਕੇਅਰ 3 ਤੇ 2 ਦਾ ਸਕੇਅਰ 4, ਇਹ ਆ ਗਿਆ ਜੀ 1/4, ਇਹ ਆ ਗਿਆ 3/4, ਦੋ ਲਘੁੱਤਮ ਦੋਵਾਂ ਦਾ 4 ਹੀ ਆਊਗਾ, 4 ਨਾਲ 4 ਨੂੰ ਭਾਗ, ਉੱਪਰ ਆ ਗਿਆ ਜੀ 1 ਜਮਾ 3, ਇਹ ਆ ਗਿਆ 4/4 ਜਾਨੀ ਕਿ 1। ਬਹੁਤ ਸੌਖੀ ਗੱਲ ਆ। ਮਤਲਬ ਇਹ ਹੋਇਆ ਜੀ, ਕਹਿਣ ਦਾ ਮਤਲਬ ਇਹ ਹੋਇਆ ਕਿ ਅਸੀਂ ਬੜੀ ਆਸਾਨੀ ਨਾਲ ਥੱਲੜਾ ਹਿੱਸਾ ਕੱਢ ਲਿਆ। ਹੁਣ ਮੈਂ ਉੱਪਰਲੇ ਹਿੱਸੇ ਦਾ ਹੱਲ ਕੱਢਦਾ ਜੀ। 5 ਗੁਣਾ cos ਸਕੇਅਰ 60 ਦਾ ਮਤਲਬ ਆ cos 60 ਦੀ ਵੈਲਿਊ ਯਾਦ ਕਰੋ ਪਹਿਲਾਂ। cos 60 ਦੀ ਵੈਲਿਊ ਟੇਬਲ 'ਚੋਂ ਦੇਖੋਗੇ ਆਊਗੀ 1/2, ਤੇ ਉਹਦਾ ਕੀ ਕਰਨਾ ਹੈ ਸਕੇਅਰ, ਪਲੱਸ 4 ਸੀਕੈਂਟ 30 ਦੀ ਵੈਲਿਊ, ਠੀਕ ਹੈ ਜੀ। ਸੀਕੈਂਟ cos ਦਾ ਉਲਟ ਹੁੰਦਾ ਹੈ। ਜੇ cosec 30 ਦੀ ਵੈਲਿਊ ਯਾਦ ਆ ਨਾ ਕਿ cosec 30 ਦੀ ਵੈਲਿਊ ਹੁੰਦੀ ਹੈ √3/2, ਤੇ ਇਹਦੀ ਹੁੰਦੀ ਹੈ 2/√3, ਉਲਟੀ ਆਉਂਦੀ ਆ, ਉਹਦਾ ਸਕੇਅਰ ਕਰ ਦਿਓ, ਮਾਈਨਸ tan 45 ਦੀ ਵੈਲਿਊ 1 ਹੁੰਦੀ ਹੈ ਜੀ, ਉਹਦਾ ਸਕੇਅਰ ਕਰ ਦਿਓ। ਸੋ ਇਹ ਆ ਗਿਆ ਆਪਣੇ ਕੋਲ, ਜੇ ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਆਪਣੇ ਕੋਲ ਆ ਗਿਆ 5 ਗੁਣਾ 1/4 ਪਲੱਸ 2 ਦਾ ਸਕੇਅਰ 4, √3 ਦਾ 3 ਮਾਈਨਸ 1, ਇਹ ਆ ਗਿਆ ਜੀ 5/4 ਪਲੱਸ 16/3 ਮਾਈਨਸ 1। ਜਿਹਦੇ ਥੱਲੇ ਕੁਛ ਵੀ ਨਹੀਂ ਉਹਦੇ ਥੱਲੇ 1, ਤੇ ਤੁਹਾਨੂੰ ਪਤਾ ਹੀ ਆ ਕਿ 4 3 1 ਦਾ ਤੁਸੀਂ ਐਲਸੀਐਮ ਕੱਢੋ ਤੇ ਤੁਹਾਨੂੰ ਪਤਾ ਹੀ ਹੈ ਜੀ ਉਹ 12 ਆ ਜਾਊਗਾ। ਤੇ 12 ਦੇ ਹਿਸਾਬ ਨਾਲ ਇਹਨੂੰ ਸੋਲਵ ਕਰੋ, 3 ਇੱਥੇ ਆ ਗਿਆ ਜੀ 15, ਇੱਥੇ ਆ ਗਿਆ ਆਪਣੇ ਕੋਲ 4 ਤੇ 16 ਸੌ ਕੇ 64, ਤੇ ਮਾਈਨਸ ਜੋ ਵੀ ਇਹਦਾ ਆਨਸਰ ਆਊਗਾ ਜੀ, ਇਹ ਉੱਪਰਲੇ ਹਿੱਸੇ ਦਾ ਆਨਸਰ ਸੀਗਾ, ਜੋ ਵੀ ਆਊਗਾ, ਬਟ ਇਹ ਥੱਲੜੇ ਹਿੱਸੇ ਦਾ ਆਨਸਰ ਤਾਂ ਪਤਾ ਹੀ ਹੈ ਕਿੰਨਾ ਜੀ 1। ਮਤਲਬ ਇਹ ਕਿ ਮੈਂ ਤਾਂ ਤੁਹਾਨੂੰ ਸਿਰਫ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸਲ 'ਚ ਇਹ ਸਵਾਲ ਜਿਹੜੇ ਆ ਜੀ ਉਹ ਨਿਕਲਦੇ ਕਿਵੇਂ ਆ, ਕਿ ਤੁਸੀਂ ਇਹ ਨਾ ਹੋਵੋ ਕਿ ਤੁਸੀਂ ਇਸ ਸਵਾਲ ਨੂੰ ਦੇਖ ਕੇ ਉਲਝ ਜਾਓ। ਜਿਵੇਂ ਮੈਂ ਤੁਹਾਨੂੰ ਹੋਰ ਤੁਹਾਡੇ ਮਨ ਤੋਂ ਡਰ ਕੱਢਣਾ ਚਾਹੁੰਦਾ ਇਸ ਚੀਜ਼ ਨੂੰ ਲੈ ਕੇ, ਜਿਵੇਂ ਤੁਹਾਨੂੰ ਕਿਸੇ ਨੇ ਕਹਿਤਾ ਇਹ ਜੀ ਇੱਕ ਚੀਜ਼ ਹੈ ਜੀ 2 tan 30 ਬਟੇ 1 ਮਾਈਨਸ tan ਸਕੇਅਰ 30, ਆਹੀ ਹੈ ਨਾ। ਤੁਸੀਂ ਉੱਪਰਲੇ 2 tan 30 ਨੂੰ ਅੱਡ ਸੋਲਵ ਕਰੋ, 2 ਗੁਣਾ 1/√3, ਠੀਕ ਹੈ ਜੀ, ਕਰ ਲਿਆ ਸੋਲਵ। ਹੁਣ ਥੱਲੇ ਵਾਲੇ ਹਿੱਸੇ ਨੂੰ ਅੱਡ ਸੋਲਵ ਕਰ ਲਓ, 1/√3 ਦਾ ਕੀ ਆ ਗਿਆ ਜੀ ਸਕੇਅਰ ਆ ਗਿਆ ਨਾ, ਕਿਉਂਕਿ ਇਹ tan ਸਕੇਅਰ 30 ਦਾ ਮਤਲਬ ਹੁੰਦਾ tan 30 ਦਾ ਸਕੇਅਰ, ਇਹ ਆ ਗਿਆ ਜੀ 1 ਮਾਈਨਸ 1/√3 ਦਾ ਸਕੇਅਰ, 1 ਦਾ ਸਕੇਅਰ 1 ਤੇ √3 ਦਾ 3, ਜਿਹਦੇ ਥੱਲੇ ਕੁਛ ਵੀ ਨਹੀਂ ਉਹਦੇ ਥੱਲੇ 1, 3 ਦਾ ਤੇ 1 ਦਾ ਐਲਸੀਐਮ 3, ਇੱਥੇ ਆ ਗਿਆ ਜੀ ਆਪਣੇ ਕੋਲ 3 ਮਾਈਨਸ 1, ਇਹ ਆ ਗਿਆ ਆਪਣੇ ਕੋਲ 2/3, ਥੱਲੜੇ ਹਿੱਸੇ ਦਾ ਆਨਸਰ 2/3, ਤੇ ਉੱਪਰਲੇ ਹਿੱਸੇ ਦਾ ਆਨਸਰ ਆ ਗਿਆ ਜੀ 2/√3, ਥੱਲੜੇ ਹਿੱਸੇ ਦਾ ਆਨਸਰ ਮੈਂ ਅੱਡ ਕੱਢ ਲਿਆਂਦਾ ਜੀ 2/3। ਹੁਣ 2/√3 ਤੇ ਥੱਲੜੇ ਹਿੱਸੇ ਦਾ 3 ਬਟੇ ਉੱਪਰ ਜਾ ਕੇ ਐ ਹੋ ਜਾਊਗਾ, 2 ਨਾਲ 2 ਕੱਟਿਆ ਗਿਆ। ਹੁਣ 3 ਨਾਲ ਤੇ √3 ਨਾਲ ਆਪਸ 'ਚ ਕੋਈ ਚੀਜ਼ ਹੁੰਦੀ ਆ, ਮੈਂ ਬੜੀ ਵਾਰ ਸਮਝਾਈ ਆ ਗੱਲ ਕਿ √a ਗੁਣਾ √a ਹੁੰਦਾ ਹੈ ਜੀ √a ਦਾ 2 ਵਾਰ ਲਿਖਿਆ ਜਾਣਾ, ਯਾਨੀ ਕਿ √a ਦਾ ਸਕੇਅਰ ਤੇ ਰੂਟ ਨਾਲ ਸਕੇਅਰ ਕੱਟ ਕੇ ਹਮੇਸ਼ਾ a ਹੁੰਦਾ ਹੈ। 3 ਹਮੇਸ਼ਾ √3 ਗੁਣਾ √3 ਹੀ ਹੁੰਦਾ, ਪਤਾ ਨਾ ਇਹ ਗੱਲ, 3 ਇਜ਼ ਆਲਵੇਜ਼ ਰੂਟ, 4 ਇਜ਼ ਆਲਵੇਜ਼ √4 ਗੁਣਾ √4, 6 ਇਜ਼ ਆਲਵੇਜ਼ 6 ਹਮੇਸ਼ਾ ਹੀ √6 ਗੁਣਾ √6 ਹੁੰਦਾ ਹੈ। ਤੇ ਆ ਚੱਕੋ ਜੀ, ਇਹਦੇ ਨਾਲ ਕੱਟਿਆ ਗਿਆ, 3/√3 ਹਮੇਸ਼ਾ 3 ਨਿਕਲ ਕੇ ਆਊਗਾ। ਜਿਵੇਂ ਤੁਹਾਨੂੰ ਕੋਈ ਕਹਿ ਦੇ ਕਿ ਜੀ ਇਹ ਦੱਸੋ 9/3√3 ਕਿੰਨਾ, 9/√3 ਕਿੰਨਾ ਹੋਊਗਾ, ਤੁਸੀਂ ਕਹੋਗੇ 9 ਨੂੰ ਲਿਖੋ 3 ਗੁਣਾ 3/√3 ਲਿਖ ਸਕਦੇ ਹੋ ਨਾ, ਤੇ ਇੱਕ 3 ਨੂੰ ਅੱਗੇ ਫੇਰ ਲਿਖ ਲਓ √3 ਗੁਣਾ √3/√3, ਇਹਦੇ ਨਾਲ ਆ ਕੱਟ ਦਿਓ। ਸੋ 9/√3 ਨਿਕਲ ਕੇ ਆਊਗਾ 3√3। ਕਦੀ ਸੋਚਿਆ, ਕਿਉਂਕਿ ਅਸੀਂ ਸੋਚਦੇ ਹੀ ਨਹੀਂ ਕਿ ਮੈਥ ਨੂੰ ਕਿਵੇਂ ਹੱਥ ਪਾਈਏ। 9/√3 ਨੂੰ ਕਿੱਡਾ ਸੌਖਾ ਕੱਢ ਕੇ ਸਿਖਾਤਾ ਮੈਂ ਤੁਹਾਨੂੰ, ਮਤਲਬ ਕਿ ਇਹ ਚੀਜ਼ ਆਪਾਂ ਕਿਵੇਂ ਕਰ ਸਕਦੇ ਆ। ਤਾਂ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਇਸ ਸਵਾਲ ਦੇ ਜਵਾਬ ਚੋਂ 2 ਤਾਂ ਕੱਟਿਆ ਹੀ ਗਿਆ ਸੀਗਾ,
ਤੇ ਬਚਿਆ ਇੱਥੇ ਆ ਸੀਗਾ, ਤੇ ਇਸ ਸਵਾਲ ਦਾ ਕੁੱਲ ਜਵਾਬ ਬਚਿਆ √3। ਐਵੇਂ ਦੇ ਸਵਾਲ ਪੇਪਰ ਦੇ ਵਿੱਚ ਆ ਸਕਦੇ ਹਨ। ਹੋਰ ਪੇਪਰ 'ਚ ਸਵਾਲ ਦਾ ਕੀ ਇੱਕ ਤਰੀਕਾ ਆਊਗਾ, ਕਿਹੜੇ ਪੈਟਰਨ ਦਾ ਆਊਗਾ, ਇੱਕ ਸਵਾਲ ਮੈਂ ਹੋਰ ਕਰਾ ਦਿੰਦਾ। ਦੋ ਲੈਕਚਰਾਂ ਦੇ ਵਿੱਚ ਆਪਣਾ ਇਹ ਟ੍ਰਿਗਨੋਮੈਟਰੀ ਦੀ ਜਿਹੜੀ ਜਾਣ ਪਛਾਣ ਆ ਜੀ ਇਹ ਖਤਮ ਹੋਊਗੀ, ਫਿਰ ਆਪਾਂ ਅਗਲੇ ਚੈਪਟਰ ਨੂੰ ਹੱਥ ਪਾਵਾਂਗੇ ਜੀ। ਸੋ ਬਹੁਤ ਇੰਪੋਰਟੈਂਟ ਆ, ਪਰ ਆਪਾਂ ਰੀਜਨਲ ਕਰਾਂਗੇ। ਤ੍ਰਿਕੋਣਮਿਤੀ ਬੜਾ ਖਾਸ ਚੈਪਟਰ ਆ ਜੀ, ਇਹਨੂੰ ਕਦੀ ਵੀ ਨਹੀਂ ਛੱਡਿਆ ਜਾ ਸਕਦਾ। ਉਦਾਹਰਨ ਦੇ ਤੌਰ ਤੇ ਇੱਕ ਸਵਾਲ ਹੋਰ ਚੱਕਦੇ ਆ। ਚਲੋ ਆਹ ਦੇਖੋ ਜੀ, ਕਹਿੰਦੇ ਜੀ ਮੈਂ ਤੁਹਾਨੂੰ ਇਹ ਕਹਾਂ ਕਿ ਸਾਈਨ ਆਫ A ਜਮਾ B ਜਿਹੜਾ ਹੈ ਜੀ ਉਹ ਹੈਗਾ ਹੈ √3/2 ਅਤੇ B ਹੈਗਾ ਹੈ 40। ਦੱਸੋ A ਕਿੰਨਾ ਹੋਊਗਾ? ਸਾਈਨ ਦਾ A ਜਮਾ B, ਸਾਈਨ ਦੇ ਅੰਦਰ ਇੱਕ ਐਂਗਲ ਆ ਜੀ, ਐਂਗਲ ਦਾ ਨਾਮ ਹੈ A ਜਮਾ B, ਉਹ √3/2 ਆ। ਹੁਣ ਤੁਸੀਂ ਸਾਈਨ ਦੇ ਅੰਦਰ A ਜਮਾ B ਲਿਖਿਆ ਹੋਇਆ, ਇਹਦਾ ਮਤਲਬ ਆ ਪੂਰੇ ਦਾ ਪੂਰਾ ਇੱਕ ਐਂਗਲ ਹੀ ਆ ਜੀ। ਸਾਈਨ ਦਾ ਐਂਗਲ √3/2 ਤੇ ਸਾਈਨ ਦਾ ਕਿਹੜਾ ਐਂਗਲ √3/2 ਹੁੰਦਾ? ਯਾਦ ਆ? ਯਾਦ ਆ ਕਿ ਨਹੀਂ ਯਾਦ? ਨਹੀਂ ਯਾਦ। ਸਾਈਨ ਦਾ 60। ਸਾਈਨ ਦਾ A ਜਮਾ B ਬਰਾਬਰ ਹੈ ਸਾਈਨ ਦਾ 60, ਇਹਦਾ ਮਤਲਬ A ਜਮਾ B ਕਿੰਨਾ ਨਿਕਲ ਕੇ ਆਇਆ? 60। ਤੇ ਜੇ A ਜਮਾ B 60 ਆ, B 40 ਆ, ਤੇ A ਕਿੰਨਾ ਆ ਗਿਆ ਜੀ ਆਪਣੇ ਕੋਲ? 20। ਕਿੱਡਾ ਸੌਖਾ ਸਵਾਲ। ਮਤਲਬ ਮੈਂ ਦੁਬਾਰਾ ਦੱਸ ਰਿਹਾ, ਜਿਹੜਾ ਸਵਾਲ ਤੁਹਾਡੇ ਪੇਪਰ 'ਚ ਆਊਗਾ, ਆ ਸਕਦਾ ਹੈ, ਜਿਹੜਾ ਕਿਤਾਬ 'ਚ ਦਿੱਤਾ ਹੋਇਆ, ਕਹਿੰਦਾ ਜੀ tan of A ਜਮਾ B is √3, tan of A minus B is 1/√3। ਜੇਕਰ tan of A ਜਮਾ B √3 ਆ, ਤਾਂ tan ਦੇ ਕਿਹੜੇ ਐਂਗਲ ਤੇ ਵੈਲਿਊ √3 ਹੁੰਦੀ ਆ? 60 ਤੇ। tan ਦੇ ਕਿਹੜੇ ਐਂਗਲ ਤੇ ਵੈਲਿਊ √3 ਹੁੰਦੀ ਆ? 60 ਤੇ। ਇਹਦਾ ਮਤਲਬ ਕੀ ਹੋਇਆ ਜੀ ਕਿ A ਜਮਾ B ਬਰਾਬਰ ਹੈ 60। tan of A minus B is 1/√3। tan ਦੇ ਕਿਹੜੇ ਐਂਗਲ ਤੇ ਵੈਲਿਊ 1/√3 ਹੁੰਦੀ ਆ? ਉਹ ਹੁੰਦੀ ਆ 30 ਤੇ। ਯਾਦ ਕਰੋ, ਇਹਦਾ ਮਤਲਬ A minus B ਦੀ ਵੈਲਿਊ ਕਿੰਨੀ ਨਿਕਲ ਕੇ ਆਈ ਜੀ? 30। ਜੇ A ਜਮਾ B 60 ਆ, A minus B 30 ਆ, ਸੋਚ ਕੇ ਦੱਸੋ, ਦੋ ਨੰਬਰ ਜਿਨ੍ਹਾਂ ਦਾ ਜੋੜ 60 ਹੋਵੇ ਤੇ ਜਿਨ੍ਹਾਂ ਦਾ ਘਟਾ 30 ਹੋਵੇ, ਜਿਨ੍ਹਾਂ ਨੂੰ ਮੈਥ ਦਾ ਪਹਿਲਾ ਚੈਪਟਰ ਨਹੀਂ ਆਉਂਦਾ ਉਹ ਸਿੱਧਾ ਦਿਮਾਗ ਲਾ ਸਕਦੇ ਆ ਕਿ ਮੈਨੂੰ ਲੱਗਦਾ ਜੀ A 45 ਹੈ ਤੇ B 15 ਹੈ, ਕਿਉਂਕਿ 45 ਜਮਾ 15 60 ਤੇ 45 - 15 30। ਵੈਸੇ ਵੀ ਕੱਟ ਕੇ ਦੇਖ ਲਿਓ, ਆਹੀ ਨਿਕਲਣਗੇ। A 45 ਤੇ B ਕਿੰਨਾ ਆ ਗਿਆ ਜੀ ਆਪਣੇ ਕੋਲ? 15। ਕੱਲ ਨੂੰ ਅਗਲੇ ਪਤਾ ਕੀ ਪੁੱਛ ਲੈਣਗੇ? ਆਹ ਦੋ ਚੀਜ਼ਾਂ ਦੇ ਕੇ, ਇੱਕ ਆਹ ਚੀਜ਼ ਲਿਖ ਕੇ, ਇੱਕ ਆਹ ਚੀਜ਼ ਲਿਖ ਕੇ, ਦੱਸੋ ਜੀ ਸੀਕੈਂਟ ਆਫ A ਕਿੰਨਾ ਆਊਗਾ? ਤੁਹਾਨੂੰ ਪਤਾ ਹੀ ਨਹੀਂ ਸੀ A ਕਿੰਨਾ ਹੈ, ਹੁਣ ਪਤਾ ਲੱਗ ਗਿਆ A ਕਿੰਨਾ ਹੈ। ਕਿੰਨਾ ਹੈ ਜੀ A ਹੈ ਜੀ 45, ਤੇ ਸੀਕੈਂਟ 45 ਕਿੰਨਾ ਆਉਂਦਾ ਹੈ ਜੀ? √2। ਵੈਰੀ ਈਜ਼ੀ। ਆਹ ਦੇਖੋ ਜੀ, ਪਹਿਲਾਂ A ਕੱਢਿਆ, ਇਹਦੇ ਨਾਲ ਮੈਂ 8ਵੇਂ ਅਧਿਆਏ ਦੇ 2 ਅਭਿਆਸ ਸੋਲਵ ਕਰਾਏ ਆ ਜੀ। ਫਿਰ ਮੈਂ ਵੱਧ ਤੋਂ ਵੱਧ ਤੀਸਰਾ ਅਧਿਆਇ ਵੀ ਸੋਲਵ ਕਰਾਉਂਗਾ ਤੇ ਉਹਦੇ ਨਾਲ ਔਖੇ ਸਵਾਲ ਵੀ ਕਰਾਉਂਗਾ ਅਗਲੇ ਲੈਕਚਰ 'ਚ। ਫਿਰ ਉਸ ਤੋਂ ਬਾਅਦ ਅਗਲਾ ਚੈਪਟਰ ਜਿਹੜਾ ਕਿ ਤ੍ਰਿਕੋਣਮਿਤੀ ਦਾ ਇੱਕ ਹੋਰ ਚੈਪਟਰ ਆ, ਠੀਕ ਆ ਜੀ, ਫਿਰ ਆਪਾਂ ਉਹਦਾ ਹੱਲ ਕੱਢਾਂਗੇ। ਸੋ ਕੁੱਲ ਮਿਲਾ ਕੇ ਸਾਡੇ ਵਾਸਤੇ ਸਭ ਤੋਂ ਵੱਡੀ ਤੇ ਜ਼ਰੂਰੀ ਚੀਜ਼ ਇਹ ਆ, ਇੱਕ ਜਿਹੜਾ ਉਹਦੇ 'ਚ ਜਿਹਨੂੰ ਆਪਾਂ ਕਹਿ ਦਿੰਦੇ ਆ ਔਖਾ ਅਧਿਆਇ, ਇੱਕ ਔਖਾ ਅਧਿਆਇ ਵੀ ਹੁੰਦਾ ਜੀ ਇਹਦੇ 'ਚ, ਉਹ ਵੀ ਕਰਾਂਗੇ। ਦੋ ਲੈਕਚਰਾਂ ਦੇ ਵਿੱਚ ਸਾਡੇ, ਮਤਲਬ ਮੈਂ ਮੰਨਦਾ ਕਿ 2 ਲੈਕਚਰ ਸਾਡੇ ਤ੍ਰਿਕੋਣਮਿਤੀ ਨੂੰ ਲੱਗਣੇ ਚਾਹੀਦੇ ਸੀਗੇ। ਸੋ ਜਿੰਨੀ ਮੈਂ ਕੋਸ਼ਿਸ਼ ਕੀਤੀ ਆ ਜੀ, ਤੁਸੀਂ ਵੀ ਇੰਨੀ ਕੋਸ਼ਿਸ਼ ਕਰੋ ਤੇ ਆਪਾਂ ਮਿਲ ਕੇ ਉਪਰਾਲਾ ਕਰੀਏ ਤੇ ਵਧੀਆ ਲੈਵਲ ਦੇ ਜਿਹੜੇ ਸਵਾਲ ਆ ਜੀ ਉਹਨਾਂ ਦੇ ਹੱਲ ਕੱਢੀਏ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ। ਧੰਨਵਾਦ।